देश दुनिया च बसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने मनप्रीत रंधावा। जी आया मनप्रीत जी। ਧੰਨਵਾਦ ਤੁਹਾਡਾ ਰੰਧਾਵਾ ਜੀ। मनप्रीत जी, पंजाब की राजनीति बड़ी तिलकमी पिच ते खेडी जा रही है, बड़ी दिलचस्प राजनीति है। मैनू याद है जो प्रताप सिंह बाजवा नूं ला के कैप्टन अमरिंदर सिंह जेतू रथ नाल ਅੰਮ੍ਰਿਤਸਰ ਵੱਲ ਨੂੰ आ रहे ਸੀਗੇ ਤਾਂ मैं दूरदर्शन ਨੂੰ ਜਾਂਦਾ ਰਸਤੇ ਦੇ ਵਿੱਚ ਸੁਭਾਨਪੁਰ ਦੇ ਕੋਲੇ 1.5 ਘੰਟਾ ਟ੍ਰੈਫਿਕ 'ਚ ਫਸਿਆ ਸੀ ਤੇ ਇਹੀ ਸਥਿਤੀ ਇਸ ਵਾਰੀ ਬਣੀ ਆ। ਲੇਕਿਨ ਦਿਲਚਸਪ ਪਹਿਲੂ ਇਹ ਆ ਕਿ ਉਦੋਂ ਵੀ ਮਾਝਾ ਬ੍ਰਿਗੇਡ ਦੇ 5-4 ਵੱਡੇ ਲੀਡਰ ਬਾਜਵੇ ਦੇ ਖਿਲਾਫ ਇਹ ਸਾਰੀ ਮੁਹਿੰਮ ਦੇ ਸਿਪਾ ਸਲਾਰ ਸੀਗੇ। ਹੁਣ ਉਹੀ ਲੋਕ ਨਵਜੋਤ ਸਿੰਘ ਸਿੱਧੂ ਲਈ ਸਿਪਾ ਸਲਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ। ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾ ਲਈਏ ਤਾਂ ਅੱਜ ਦੇ ਦਿਨ 'ਚ ਨਵਜੋਤ ਸਿੰਘ ਸਿੱਧੂ ਕੋਸ਼ਿਸ਼ ਕਰ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਜਬੂਰੀ ਬਣ ਜੇ ਤਾਜਪੋਸ਼ੀ ਸਮਾਗਮ 'ਚ ਆਉਣਾ। ਜੇ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਉਸ ਦਿਨ ਸਟੇਜ ਤੇ ਹੋਊਗਾ ਤਾਂ ਮੁੱਖ ਮੰਤਰੀ ਤੇ ਸਾਰਿਆਂ ਮੰਤਰੀਆਂ ਦਾ ਹਾਜ਼ਰ ਰਹਿਣਾ ਇੱਕ ਅਣਸਰ ਦੀ ਲੋੜ ਹੋਊਗੀ ਉਹਨਾਂ ਲਈ। ਇਸ ਤੋਂ ਅਗਲਾ ਸਵਾਲ ਕਿ ਕੀ ਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿ ਜਾਂਦੇ ਨੇ ਤਾਂ ਅਫਸਰਸ਼ਾਹੀ ਉਹਨਾਂ ਦੇ ਕਿੰਨੀ ਕੁ ਗੱਲ ਸੁਣੇਗੀ ਕਿ ਉਹ ਉਸ ਤਰ੍ਹਾਂ ਦੇ ਪ੍ਰਭਾਵੀ ਰੋਲ 'ਚ ਰਹਿਣਗੇ। ਅਫਸਰਸ਼ਾਹੀ ਤਾਂ ਕਹਿੰਦੇ 6 ਮਹੀਨਿਆਂ ਰਹਿੰਦੇ ਹੀ ਬਦਲਣ ਲੱਗ ਜਾਂਦੀ ਹੈ ਕਿ ਜਿੱਧਰ ਦੀ ਹਵਾ ਹੋਵੇ ਉਹਨਾਂ ਨਾਲ ਜਮਾ ਜੋੜ ਸ਼ੁਰੂ ਹੋ ਜਾਂਦਾ। ਅਗਲਾ ਸਵਾਲ ਆ ਕਿ ਜਿਹੜੇ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀ, ਜਿਨ੍ਹਾਂ ਦੇ ਫੈਸਲਿਆਂ ਦੇ ਵਿੱਚ ਵੱਡਾ ਰੋਲ ਸੀਗਾ, ਉਹੀ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ ਮਾਝੇ ਨੂੰ ਲੈ ਕੇ। ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਟਾਰਗੇਟ ਰਿਹਾ ਸੀ, ਮਨ ਭਾਉਂਦਾ ਟਾਰਗੇਟ। ਤੇ ਬਿਕਰਮ ਸਿੰਘ ਮਜੀਠੀਏ ਦੀ ਚੁੱਪ ਉਹ ਸਿਵਿਆਂ 'ਚ ਪਸਰੀ ਸ਼ਾਂਤੀ ਵਰਗੀ ਹੈ, ਨਾ ਉਹਨੇ ਕੁਛ ਕਿਹਾ, ਨਾ ਵਿਰੋਧ, ਨਾ ਹਾਂ, ਨਾ ਸਵਾਗਤ, ਨਾ ਕੁਛ। ਲੇਕਿਨ ਜੇ ਦੋ ਵੱਡੇ ਮੰਤਰੀ ਬਿਕਰਮ ਸਿੰਘ ਮਜੀਠੀਏ ਨਾਲ ਸੰਪਰਕ ਵਾਲੇ ਮੰਨੇ ਜਾਂਦੇ ਆ, ਜਿਹੜੇ ਕੈਪਟਨ ਅਮਰਿੰਦਰ ਸਿੰਘ ਖੇਮੇ 'ਚ ਸੀਗੇ, ਕਿਹਾ ਜਾਂਦਾ ਸੀ ਕਿ ਉਹਨਾਂ ਦੀ ਸਰਕਾਰ ਨਹੀਂ ਜਾਂ ਹੈ, ਕੋਈ ਫਰਕ ਨਹੀਂ ਪੈਂਦਾ, ਅੱਜ ਉਹ ਇੱਧਰ ਵੀ ਹੈ। ਇੱਕ ਹੋਰ ਸਵਾਲ ਕਿ ਕੀ ਇਸ ਵੇਲੇ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ ਨੂੰ ਕੈਪਟਨ ਅਮਰਿੰਦਰ ਸਿੰਘ ਲਈ ਸੱਦਾ ਦੇਣ ਲਈ ਭੇਜਿਆ ਜਾ ਰਿਹਾ, ਕਿ ਰਸਮੀ ਤੌਰ ਤੇ ਸੱਦਾ ਤਾਂ ਉਹ ਹੈ ਲਾਲ ਸਿੰਘ, ਰਾਣਾ ਕੇਪੀ ਜਿਹੜੇ ਸਪੀਕਰ ਨੇ, ਔਰ ਹਰੀਸ਼ ਰਾਵਤ ਪਰਦੇ ਪਿੱਛੇ ਵੱਡੀ ਲੜਾਈ ਲੜ ਰਿਹਾ ਕਿ ਇਸ ਗੱਲ ਨੂੰ ਫਾਰ ਦਾ ਟਾਈਮ ਬੀਇੰਗ ਇਹਨੂੰ ਰੋਕ ਲਿਆ ਜਾਵੇ, ਲੜਾਈ ਅੱਗੇ ਨਾ ਵਧੇ। ਲੇਕਿਨ ਦੋ ਖਬਰਾਂ ਹੋਰ ਜਿਹੜੀਆਂ ਅਸੀਂ ਲੈਣੀਆਂ ਨੇ। ਸਭ ਤੋਂ ਵੱਡੀ ਗੱਲ ਆ ਕਿ 50 ਲੱਖ ਲੋਕਾਂ ਦਾ ਮਰ ਜਾਣਾ ਭਾਰਤ ਵਿੱਚ ਔਰ ਉਹਨਾਂ ਦਾ ਦੱਬ ਲਿਆ ਜਾਣਾ, ਇਹ ਖਬਰਾਂ 'ਚ ਇੱਕ ਬਹੁਤ ਵੱਡੀ ਸਨਸਨੀ ਵਰਗੀ ਖਬਰ ਆ ਕਿ 49 ਤੋਂ 50 ਲੱਖ ਕਰੋਨਾ ਨਾਲ ਮਰ ਗਏ, ਅਸੀਂ ਦਿਖਾਏ 5 ਲੱਖ ਤੋਂ ਘੱਟ। ਕੀ ਇਹ ਖਬਰ ਸੱਚੀ ਆ? ਤੇ ਦੂਜੀ ਗੱਲ ਕਿ ਸ਼ਸ਼ੀ ਥਰੂਰ ਹੋਰੀ ਉਹਨਾਂ ਲੋਕਾਂ ਨੂੰ ਬੁਲਾਉਣ ਵਾਲੇ ਆ ਸਰਕਾਰੀ ਪੱਖ ਤੋਂ ਕਿ ਆਖੇ ਜਿਹੜੀਆਂ ਫੋਨ ਟੇਪਿੰਗ ਤੇ ਬਾਕੀ ਮਸਲੇ ਨੇ ਇਹਨਾਂ ਦੀ ਸੱਚਾਈ ਸਾਹਮਣੇ ਆਵੇ। ਮਮਤਾ ਨੇ ਵੀ ਹਮਲਾ ਬੋਲਿਆ। ਮੈਂ ਸ਼ੁਰੂ ਪੰਜਾਬ ਦੀ ਸਿਆਸਤ ਤੋਂ ਕਰੂੰਗਾ। ਤਿਲਕਵੀਂ ਸਿਆਸਤ ਦੇ ਵਿੱਚ ਜਿਹੜੇ ਕਦੇ ਕੈਪਟਨ ਦੇ ਗੱਡੇ ਮੂਹਰੇ ਸੀ, ਅੱਜ ਉਹ ਨਵਜੋਤ ਦੇ ਗੱਡੇ ਮੂਹਰੇ ਆ। ਲੇਕਿਨ ਬਾਦਲ ਕਿਆਂ ਵੱਲ ਸ਼ਾਂਤੀ ਪਸਰੀ ਹੋਈ ਆ ਤੇ ਸਿੰਘ ਸਾਹਿਬ ਨੇ ਇੱਕ ਮੀਟਿੰਗ ਸੱਦ ਕੇ ਬੇਅਦਬੀ ਮਾਮਲਿਆਂ 'ਚ ਸੁਖਬੀਰ ਲਈ ਵੀ ਮੁਸ਼ਕਲ ਖੜੀ ਕਰਤੀ। ਪਹਿਲਾਂ ਪੰਜਾਬ ਦੀ ਸਿਆਸਤ ਤੇ ਆ ਜਾਓ। ਰੰਧਾਵਾ ਜੀ, ਕਾਫੀ ਲੰਬੀ ਚੌੜੀ ਗੱਲ ਆ, ਇਹਨੂੰ ਆਪਾਂ ਹੌਲੀ ਹੌਲੀ ਜ਼ਰੂਰ ਕਰਾਂਗੇ ਔਰ ਆਪਣੇ ਚਾਹਾਂਗੇ ਜਿੰਨੇ ਸਾਨੂੰ ਦਰਸ਼ਕ ਦੇਖ ਰਹੇ ਨੇ ਤਾਂ ਕਿ ਉਹਨਾਂ ਨੂੰ ਵੀ ਸਾਰੀਆਂ ਇਹ ਗੱਲਾਂ ਬੜੇ ਵਿਸਤਾਰ ਨਾਲ ਅਸੀਂ ਸਮਝਾ ਸਕੀਏ। ਸਭ ਤੋਂ ਪਹਿਲਾਂ ਤਾਂ ਤੁਸੀਂ ਗੱਲ ਕੀਤੀ ਹੈ ਉਹ ਮਹਾਰਥੀਆਂ ਦੀ, ਉਹ ਮਾਝੇ ਦੀ ਬ੍ਰਿਗੇਡ ਦੀ, ਸੁਖਜਿੰਦਰ ਸਿੰਘ ਰੰਧਾਵਾ, ਇਸੇ ਤਰ੍ਹਾਂ ਸੁਖਵਿੰਦਰ ਸਿੰਘ ਸਰਕਾਰੀਆ, ਜਿਨ੍ਹਾਂ ਨੂੰ ਆਪਾਂ ਸੁਖ ਸਰਕਾਰੀਆ ਵੀ ਕਹਿੰਦੇ ਆ, ਤੇ ਇਸੇ ਤਰ੍ਹਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਏ। ਇਹਨਾਂ ਦਾ ਬੜਾ ਉਦੋਂ ਅਹਿਮ ਰੋਲ ਸੀ ਕਿ ਕਿਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਸਥਾਪਿਤ ਕੀਤਾ ਜਾਵੇ। ਪ੍ਰਤਾਪ ਸਿੰਘ ਬਾਜਵਾ ਉਦੋਂ ਪ੍ਰਧਾਨ ਸੀ ਤੇ ਇਹਨਾਂ ਨੇ ਉਸ ਅਹਿਮ ਰੋਲ ਨੂੰ ਹਰ MLA ਦਾ, ਵਿਧਾਇਕ ਦਾ, ਜਿਹੜੇ ਵੀ ਉਸ ਟਾਈਮ ਪਾਰਟੀ ਦੇ ਵਰਕਰ ਸੀ ਉਹਨਾਂ ਦਾ ਦਰਵਾਜ਼ੇ ਖੜਕਾਏ ਤੇ ਉਹਨਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਦਾ ਰੋਲ ਇਸ ਦੇ ਵਿੱਚ ਮੰਨਿਆ ਜਾਂਦਾ। ਤੇ ਜਿਸ ਤਰ੍ਹਾਂ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਬਾਹਰ ਦਾ ਰਾਹ ਦਿਖਾਇਆ। ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਮੁੜ ਕੇ ਸਥਾਪਿਤ ਵੀ ਹੋ ਜਾਂਦੇ ਨੇ, ਸੰਨ 2017 ਦੇ ਵਿੱਚ ਮੁੱਖ ਮੰਤਰੀ ਵੀ ਬਣ ਜਾਂਦੇ ਨੇ। ਤੇ ਇਹੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਦੇ ਬੜੇ ਖਾਸ ਤੇ ਚਹੇਤੇ ਹੋ ਜਾਂਦੇ ਨੇ। ਬਿਲਕੁਲ ਤੁਹਾਡੀ ਗੱਲ ਠੀਕ ਆ, ਅੱਜ ਇਹੀ ਨਵਜੋਤ ਸਿੰਘ ਸਿੱਧੂ ਦੇ ਵੀ ਚਹੇਤੇ ਹੋ ਗਏ ਆ। ਤੇ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਤਿਲਕਮੀ ਜਿਹੜੀ ਰਾਜਨੀਤੀ ਆ
ਇਹ ਚ ਫਿਸਲਣ ਬਹੁਤ ਆ। ਇਹ ਕਦੋਂ ਤਿਲਕ ਜਾਣੇ ਨੇ ਇਹ ਆਪਾਂ ਨੂੰ ਨਹੀਂ ਪਤਾ, ਕਦੋਂ ਕਿਸੇ ਦਾ ਵਕਾਰ ਉੱਚਾ ਉੱਠਣਾ, ਕਦੋਂ ਉਹ ਡਿੱਗ ਪੈਣਾ, ਕਦੋਂ ਉਹ ਚ ਗਿਰਾਵਟ ਆ ਜਾਣੀ ਹੈ, ਇਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਹੁੰਦਾ। ਕਿਉਂਕਿ ਰਾਜਨੀਤੀ ਜਿਹੜੀ ਸਿਆਸਤ ਆ ਉਹ ਇਸੇ ਤਰ੍ਹਾਂ ਚੱਲਦੀ ਆ। ਇੱਕ ਇੱਕ ਦਿਨ ਦੇ ਵਿੱਚ, ਦੋ ਦੋ ਦਿਨ ਦੇ ਵਿੱਚ ਰਾਜਨੀਤੀ ਬਿਲਕੁਲ ਪਲਟਾ ਖਾ ਜਾਂਦੀ ਆ। ਥੋੜੀ ਦਿਨ ਪਹਿਲਾਂ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਕਿਸੇ ਤਰ੍ਹਾਂ ਦੀ ਕੋਈ ਐਲਾਨ ਨਹੀਂ ਸੀ ਹੋਇਆ ਜਾਂ ਉਹਨਾਂ ਬਾਰੇ ਕੋਈ ਫੈਸਲਾ ਨਹੀਂ ਸੀ ਹੋਇਆ, ਤੇ ਕੀ ਆਪਾਂ ਸੋਚ ਸਕਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਜੋ ਅਸੀਂ ਅੱਜ ਕੱਲ ਉਹਨਾਂ ਦੀਆਂ ਫੋਟੋਆਂ ਦੇਖਦੇ ਨੇ ਜਾਂ ਉਹਨਾਂ ਦੇ ਬਿਆਨ ਸੁਣਦੇ ਆ, ਆਪਾਂ ਉਹਨਾਂ ਦੇ ਚਿਹਰੇ ਤੇ ਇੰਨੀ ਮਾਯੂਸੀ, ਇੰਨੀ ਨਮੋਸ਼ੀ ਆਊਗੀ? ਸੋ ਸਿਆਸਤ ਬੜੀ ਵੱਡੀ ਚੀਜ਼ ਆ, ਤੇ ਉਹਦਾ ਜਦੋਂ ਪਲਟਣਾ ਜਾਂ ਤਿਲਕਣਾ ਜਾਂ ਫਿਸਲਣਾ ਕਿਸੇ ਟਾਈਮ ਵੀ ਹੋ ਸਕਦਾ। ਹਾਂ, ਨਵਜੋਤ ਸਿੰਘ ਸਿੱਧੂ ਨੂੰ ਵੀ ਬੜੇ ਧਿਆਨ ਰੱਖਣਾ ਪੈਣਾ ਕਿ ਇਹੀ ਬੰਦੇ ਜੇ ਕਿਸੇ ਹੋਰ ਦੇ ਥੱਲੋਂ ਜੇ ਚਾਦਰ ਖਿੱਚ ਸਕਦੇ ਆ ਜਾਂ ਗਲੀਚਾ ਖਿੱਚ ਸਕਦੇ ਆ, ਤੇ ਇਹਨਾਂ ਦੇ ਪੈਰਾਂ ਥੱਲੋਂ ਵੀ ਖਿੱਚ ਸਕਦੇ ਆ। ਕਹਿਣ ਦਾ ਮਤਲਬ ਆ ਕਿ ਹਰ ਕਿਸੇ ਨੂੰ ਮੌਕੇ ਦੀ ਸਿਆਸਤ ਦੀ ਲੋੜ ਹੁੰਦੀ ਆ। ਮੌਕਾ ਪ੍ਰਸਤੀ ਕਿਸੇ ਵੀ ਸਿਆਸਤਦਾਨ ਦੇ ਵਿੱਚ ਹੋ ਸਕਦੀ ਆ, ਔਰ ਇਸ ਨੂੰ ਅੱਜ ਕੱਲ ਵੈਸੇ ਤਾਂ ਪੋਲਿਟਿਕਸ ਇੱਕ ਬੜਾ ਵਧੀਆ ਸ਼ਬਦ ਆ, ਰਾਜਨੀਤੀ ਕਰਨੀ, ਰਾਜਨੀਤੀ ਸਾਡੀ ਸਾਰੇ ਘਰਾਂ ਤੋਂ ਸ਼ੁਰੂ ਹੋ ਜਾਂਦੀ ਆ, ਲੇਕਿਨ ਰਾਜਨੀਤੀ ਨੂੰ ਕਈ ਵਾਰ ਅਸੀਂ ਮਾਣੇ ਜਿਹੜੇ ਆ ਜਾਂ ਉਹਦੇ ਮੀਨਿੰਗ ਆ ਜਿਹੜਾ ਉਹ ਬੜਾ ਵੱਖਰਾ ਦਿੱਤਾ ਹੋਇਆ। ਸਾਨੂੰ ਲੱਗਦਾ ਜੋੜ ਤੋੜ ਕਰਕੇ, ਕਿਸੇ ਨਾਲ ਚਲਾਕੀਆਂ ਕਰਕੇ ਇਹ ਸ਼ਾਇਦ ਇਹ ਰਾਜਨੀਤੀ ਹੈ। ਇਹ ਰਾਜਨੀਤੀ ਨਹੀਂ। ਰਾਜਨੀਤੀ ਦੇ ਵਿੱਚ ਭਰੋਸਾ ਪੈਦਾ ਕਰਨਾ, ਰਾਜਨੀਤੀ ਦੇ ਵਿੱਚ ਟਰਸਟ ਪੈਦਾ ਕਰਨਾ, ਲੋਕਾਂ ਦਾ ਭਰੋਸਾ ਜਿੱਤਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਆ। ਇਹਨੂੰ ਹੀ ਜਮਹੂਰੀਅਤ ਕਹਿੰਦੇ ਨੇ ਜੀ। ਇੱਕ ਚੀਜ਼ ਲੈਨੇ ਆ, ਹੁਣ ਤੁਸੀਂ ਵਿਆਖਿਆ ਉਹਦੀ ਬੜੀ ਸੋਹਣੀ ਕੀਤੀ ਆ। ਇੱਕ ਚੀਜ਼ ਲੈਨੇ ਆ। ਮੈਨੂੰ ਇਹ ਦੱਸੋ ਕਿ ਜਿਹੜੇ 2 ਦਿਨ ਦੇ 3 ਦਿਨ ਦੇ ਸਮੁੱਚੇ ਘਟਨਾਕ੍ਰਮ ਨੂੰ ਤੁਸੀਂ ਇਹ ਉਪਰੀ ਨਜ਼ਰੇ ਵੀ ਦੇਖੋਗੇ ਤਾਂ ਇੱਕ ਰੌਲਾ ਪੈਂਦਾ ਅੰਦਰੇ ਕਿ ਲੱਗਦੇ ਹੱਥ ਮੁੱਖ ਮੰਤਰੀ ਵੀ ਬਦਲ ਦਿਓ। MLA ਜਦੋਂ ਬੈਠਦੇ ਆ ਤੇ ਕਹਿੰਦੇ ਨਹੀਂ, ਲਾਲਾ ਹੋ ਗਈ, ਹੁਣ ਅਸੀਂ ਜੀਂਦੇ ਹੋ ਗਏ, ਆ 6 ਮਹੀਨੇ ਦੇ ਵਿੱਚ ਜੇ ਕੁਝ ਕਰਨਾ ਹੈ ਤਾਂ ਕੈਪਟਨ ਸਾਹਿਬ ਨੂੰ ਛੁੱਟੀ ਦੇ ਦਈਏ ਤੇ ਸਿੱਧੂ ਨੂੰ ਬਣਾ ਦਈਏ। ਲੇਕਿਨ ਸੁਣਿਆ ਕਿ ਇੱਕ ਹੋਰ ਅਹਿਮ ਘਟਨਾਕ੍ਰਮ ਚੱਲਦਾ ਹੈ ਕਿ ਜੇ ਫਾਰ ਦਾ ਟਾਈਮ ਬੀਇੰਗ ਕਿਸੇ ਨੂੰ ਬਣਾਉਣਾ ਹੈ ਤਾਂ ਸਿੱਧੂ ਨੂੰ ਬਣਾ ਕੇ ਉਹਦੀ ਛਵੀ ਨਾ ਖਰਾਬ ਹੋਵੇ। ਜੇ ਹੋਵੇ, ਜਿਹੜੀ ਅੰਦਰ ਗੱਲ ਚੱਲਦੀ ਹੈ ਜਿਹਦੇ ਉੱਤੇ ਹਾਈ ਕਮਾਂਡ ਦਾ ਕੋਈ ਵਿੱਚ ਦਖਲ ਨਹੀਂ ਆ ਰਿਹਾ, ਇਹ ਜਿਹੜੀਆਂ ਆਪਸੀ ਰਿਊਮਰਸ ਇੱਕ ਦੂਜੇ ਨਾਲ ਜਮਾ ਜ਼ਬਾਨੀ ਖਰਚ ਹੁੰਦਾ। ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦਾ ਕੱਦ ਹੈ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰੇ 40 ਕੁ 50 MLAs ਦਾ ਇਕੱਠੇ ਹੋ ਜਾਣਾ ਉਸ ਦਿਨ, ਤੇ ਉਹਦਾ ਪ੍ਰਤਾਪ ਸਿੰਘ ਬਾਜਵੇ ਨਾਲ 36 ਦਾ ਅੰਕੜਾ ਹੋਣਾ, ਦੋਨਾਂ ਦੇ ਬੁੱਲਾਂ ਤੇ ਥੋੜੀ ਮੁਸਕਾਨ ਹੈ ਕਿ ਜੇਕਰ ਅਗਲੇ 4 ਮਹੀਨੇ ਲਈ ਕਦੇ ਮੁੱਖ ਮੰਤਰੀ ਬਦਲਣ ਦੀ ਗੱਲ ਆਵੇ ਤਾਂ ਟੈਂਪਰੇਰੀ ਪ੍ਰਬੰਧਾਂ ਦੇ ਵਿੱਚ ਇਹਨਾਂ ਦੋਨਾਂ ਦੇ ਨਾਂ ਨਾਲ ਮੁੱਖ ਮੰਤਰੀ ਦਾ ਟੈਗ ਲੱਗ ਜਾਏ। ਇਹ ਸਵਾਲ ਬਾਰ-ਬਾਰ ਘੁੰਮ ਰਿਹਾ ਕਿ ਜੇ ਮੁੱਖ ਮੰਤਰੀ ਬਦਲਿਆ ਜਾਣਾ ਤਾਂ ਸਿੱਧੂ ਨੂੰ ਬਣਾਉਣ ਦਾ ਮਤਲਬ ਹੈ ਕਿ ਆਉਂਦੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਇਮੇਜ ਖਰਾਬ ਕਰਕੇ ਅੱਗੇ ਲੈ ਕੇ ਜਾਣਾ, ਬਹੁਤ ਕੁਝ ਬਦਲ। ਸੋ ਇਹ 2 ਵਿਅਕਤੀ ਇਸ ਵੇਲੇ ਇਹ ਹਵਾ 'ਚ ਉੱਡਦੀ ਖਬਰ ਹੈ ਕਨਸੋਆਂ ਨੇ ਕਿ ਇਹ ਹੌਲੀ ਇਹ ਪੱਬ ਰੱਖ ਰਹੇ ਆ ਕਿ ਸ਼ਾਇਦ ਜੇ ਦਾ ਲੱਗ ਜੇ ਤੇ ਇਤਿਹਾਸ ਵਿੱਚ ਮੁੱਖ ਮੰਤਰੀ ਵਾਲਾ ਟੈਗ ਸਾਡੇ ਨਾਂ ਨਾਲ ਤੁਰ ਜੇ। ਮੈਂ ਇਹ ਤੇ ਤੁਹਾਡੀ ਟਿੱਪਣੀ ਲੈਣਾ ਚਾਹੂੰਗਾ, ਲੇਕਿਨ ਪਰਦੇ ਪਿੱਛੇ ਦੀਆਂ ਘਟਨਾਵਾਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਕਿ ਪੁਰਾਣੇ ਜਿਹੜੇ ਘਾਗ ਨੇ ਉਹ ਚਾਰੇ ਨੇ ਕਿ ਨਵਜੋਤ ਸਿੰਘ ਸਿੱਧੂ ਅਗਲੀ ਇਲੈਕਸ਼ਨ ਲਈ ਤਾਂ ਹੁਣ ਫਾਈਨਲੀ ਹੋ ਗਏ। ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਦੀ ਵਿਦਾਇਗੀ ਇੱਜ਼ਤਦਾਰ ਤਰੀਕੇ ਨਾਲ ਹੋ ਜੇ। ਇਹਨਾਂ ਦੋਨਾਂ ਗੱਲਾਂ ਤੇ ਟਿੱਪਣੀ। ਦੇਖੋ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਹੋਏ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਏ, ਰੰਧਾਵਾ ਜੀ, ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦਾ ਕੋਈ ਵੀ ਪੁਰਾਣਾ ਜਿਹੜਾ ਚਿਹਰਾ ਜਾਂ ਲੀਡਰ ਆ, ਸਿਆਸਤਦਾਨ ਆ, ਉਹ ਨਹੀਂ ਚਾਹੁੰਦਾ ਹੋਣਾ। ਚਾਹੇ ਤੁਸੀਂ ਲਾਲ ਸਿੰਘ ਲੈ ਲਓ, ਚਾਹੇ ਤੁਸੀਂ ਸੁਖਜਿੰਦਰ ਰੰਧਾਵਾ ਦੀ ਤਾਂ ਤੁਸੀਂ ਗੱਲ ਕਰ ਹੀ ਲਈ ਹੈ, ਈਵਨ ਕਿ ਜਿਹੜੇ ਬਾਅਦ ਚ ਪਾਰਟੀ ਚ ਆਏ ਆ, ਮਨਪ੍ਰੀਤ ਸਿੰਘ ਬਾਦਲ ਹੋਣੀ ਹੋਏ, ਪ੍ਰਤਾਪ ਸਿੰਘ ਬਾਜਵਾ ਹੋਣੀ ਹੋਏ, ਜਾਂ ਈਵਨ ਸੁਨੀਲ ਜਾਖੜ ਹੋਣੀ ਹੋਏ, ਜੇ ਇਹਨਾਂ ਕਿਸੇ ਨੂੰ ਵੀ ਮੌਕਾ ਮਿਲੂਗਾ ਤੇ ਮੁੱਖ ਮੰਤਰੀ ਦੀ ਗੱਦੀ ਤੇ ਬੈਠਣ ਦਾ, ਤੇ ਇਹ ਕਦੇ ਵੀ ਪਿੱਛੇ ਨਹੀਂ ਹਟਣਗੇ, ਹਮੇਸ਼ਾ ਕੋਸ਼ਿਸ਼ ਕਰਨਗੇ। ਕੋਈ ਅਲਟੀਮੇਟਲੀ ਕਿਸੇ ਵੀ ਸਿਆਸਤਦਾਨ ਦਾ ਜੇ ਉਹ ਸਟੇਟ ਪੋਲਿਟਿਕਸ ਚ ਮੰਨ ਲਓ ਸੂਬੇ ਦੀ ਸਿਆਸਤ ਕਰ ਰਿਹਾ, ਤੇ ਉਹਦੀ ਇਹੀ ਇੱਛਾ ਹੁੰਦੀ ਹੈ ਕਿ ਕਿਸੇ ਦਿਨ ਉਹ ਮੁੱਖ ਮੰਤਰੀ ਦੀ ਗੱਦੀ ਤੇ ਬੈਠੂਗਾ। ਤੇ ਜੇ ਉਹ ਸੈਂਟਰ ਦੀ ਜਾਂ ਕੇਂਦਰ ਦੀ ਰਾਜਨੀਤੀ ਕਰ ਰਿਹਾ ਤੇ ਉੱਥੇ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਦੀ ਕੁਰਸੀ ਸਾਰੇ ਹੀ ਉੱਤੇ ਬਹਿਣਾ ਚਾਹੁੰਦੇ ਆ। ਸੋ ਗੱਲ ਤਾਂ ਸਿਰਫ ਇੰਨੀ ਆ ਕਿ ਬਿਲਕੁਲ ਜੇ ਕਿਸੇ ਦਾ ਦਾ ਲੱਗਿਆ ਤਾਂ ਉਹ ਦਾ ਜਿਹੜਾ ਉਹ ਜ਼ਰੂਰ ਲਾਊਗਾ, ਆਪਣੀ ਪੂਰੀ ਕੋਸ਼ਿਸ਼ ਕਰੂਗਾ, ਤੇ ਜੇ ਮੌਕਾ ਹੋਊਗਾ ਤੇ ਉਹ ਮੌਕੇ ਨੂੰ ਸਾਂਭੂਗਾ ਵੀ। ਤੇ ਗੱਲ ਆ ਗਈ ਜਿੱਥੋਂ ਤੁਸੀਂ ਗੱਲ ਪਹਿਲਾਂ ਵੀ ਕੀਤੀ ਆ
ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਬਦਲਿਆ ਜਾਂਦਾ। ਵੈਸੇ ਮੇਰੇ ਹਿਸਾਬ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੈਸੇ ਬਦਲਣ ਦੀ ਕੋਈ ਇਸ ਤਰ੍ਹਾਂ ਦੇ ਆਸਾਰ ਨਜ਼ਰ ਨਹੀਂ ਆ ਰਹੇ। ਜੇ ਇਹ ਹੱਠ ਧਰਮੀ ਜੀ ਹੱਠ ਧਰਮੀ ਜ਼ਿਆਦਾ ਹੋਗੀ, ਜੇ ਆਪਸ ਦੇ ਵਿੱਚ ਟਕਰਾਅ ਹੋਰ ਵੱਧ ਗਿਆ, ਜਾਂ ਜਿਸ ਤਰ੍ਹਾਂ ਜਿਵੇਂ ਕੱਲ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਥਾਪਿਆ ਜਾਣਾ, ਰਸਮੀ ਤੌਰ ਤੇ ਉਹਨਾਂ ਨੂੰ ਪ੍ਰਧਾਨ ਥਾਪਿਆ ਜਾਣਾ, ਤੇ ਉਸ ਸਮਾਗਮ ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਨਹੀਂ ਹੁੰਦੀ, ਉੱਥੇ ਉਹ ਨਹੀਂ ਪਹੁੰਚਦੇ, ਤੇ ਇਹ ਜਿਹੜਾ ਟਕਰਾਅ ਹੋਰ ਵੱਧ ਸਕਦਾ। ਹਾਂ, ਨਵਜੋਤ ਸਿੰਘ ਸਿੱਧੂ ਕੋਸ਼ਿਸ਼ ਇੱਕ ਜ਼ਰੂਰ ਕਰ ਸਕਦੇ ਆ, ਉਹਨਾਂ ਨੂੰ ਮਨਾ ਸਕਦੇ ਆ ਬਤੌਰ ਪ੍ਰਧਾਨ ਦੇ, ਕਿਉਂਕਿ ਜਦੋਂ ਪ੍ਰਧਾਨ ਬਣ ਜਾਣਗੇ ਤਾਂ ਫਿਰ ਇੱਕ ਉਹਨਾਂ ਕੋਲੇ ਪਾਰਟੀ ਦੀ, ਇੱਕ ਆਰਗੇਨਾਈਜੇਸ਼ਨ ਦੀ ਅਥਾਰਟੀ ਹੋਗੀ। ਇੱਥੇ ਇੱਕ ਗੱਲ ਹੋਰ ਵੀ ਸਮਝਣੀ ਜ਼ਰੂਰੀ ਹੈ ਰੰਧਾਵਾ ਜੀ, ਕਿਉਂਕਿ ਪਾਰਟੀਆਂ ਹੀ ਜਿਹੜੀ ਹੈ ਪਾਰਟੀ ਆ ਉਹੀ ਸਰਕਾਰਾਂ ਬਣਾਉਂਦੀ ਆ। ਜੇ ਆਪਾਂ ਪਾਰਟੀ ਦੇ ਲੋਕਾਂ ਦੇ ਨਾਲ ਹੀ ਨਹੀਂ ਚੱਲਾਂਗੇ, ਪਾਰਟੀ ਨੂੰ ਇੱਕ ਤਰ੍ਹਾਂ ਦਾ ਦਰਕਿਨਾਰ ਕਰ ਦਾਂਗੇ, ਪਾਰਟੀ ਦੇ ਫੈਸਲਿਆਂ ਨੂੰ, ਜਿਨ੍ਹਾਂ ਨੂੰ ਆਪਾਂ ਇਹ ਕਹਿੰਦੇ ਸੀ ਕਿ ਅਸੀਂ ਤਾਂ ਆਲਾ ਕਮਾਨ ਦੇ ਕਿਸੇ ਵੀ ਡਿਸੀਜਨ ਨੂੰ ਮੰਨਣ ਲਈ ਤਿਆਰ ਹਾਂ, ਤੇ ਬਾਅਦ ਦੇ ਵਿੱਚ ਉਸ ਤੇ ਕਿੰਤੂ ਪਰੰਤੂ ਕਰਨ ਲੱਗ ਜਾਾਂਗੇ, ਤਾਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਜਿਹੜਾ ਟਕਰਾਅ ਉਹ ਹਾਈ ਕਮਾਂਡ ਦੇ ਨਾਲ ਵੀ ਪੈਦਾ ਹੋ ਸਕਦਾ। ਜੀ ਇੱਕ ਸਵਾਲ ਉੱਭਰ ਕੇ ਆ ਰਿਹਾ, ਕੋਸ਼ਿਸ਼ ਹੋ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਟਾਈਮ ਲਏ ਬਿਨਾਂ ਸਿੱਧੇ ਹੀ ਜਾ ਕੇ ਮਿਲਾਇਆ ਜਾਵੇ ਤੇ ਅੰਦਰੋਂ ਇੱਕ ਤਸਵੀਰ ਰਿਲੀਜ਼ ਹੋ ਜੇ, ਜਿਹਦੇ ਵਿੱਚ ਨਾ ਕਿਸੇ ਨੇ ਕਿਸੇ ਤੋਂ ਮਾਫੀ ਮੰਗੀ, ਨਾ ਕਿਸੇ ਨੇ ਸੱਦਾ ਦਿੱਤਾ, ਨਾ ਕੋਈ ਸੱਦਾ ਕਿਸੇ ਨੇ ਮੰਗਿਆ, ਲੇਕਿਨ ਅਚਨਚੇਤ ਇਹ ਗੱਲ ਹੋ ਜਾਏ ਕਿ ਅਸੀਂ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਆ ਤੇ ਰਲ ਕੇ ਚੱਲਾਂਗੇ, ਸਾਡੇ ਮਤਭੇਦ ਕੋਈ ਨਹੀਂ, ਤੇ ਉਹਦੇ ਨਾਲ ਨਾ ਸਿੱਧੂ ਦੀ ਇੱਜ਼ਤ ਖਰਾਬ ਹੋਵੇ ਕਿ ਇਹਨੇ ਮਾਫੀ ਮੰਗ ਲਈ, ਨਾ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਿਲਣ ਨਹੀਂ ਆਏ। ਇਸ ਤਰ੍ਹਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਿਹੜੇ ਵੱਡੇ ਪੁਰਾਣੇ ਲੀਡਰ ਨੇ। ਲੇਕਿਨ ਅਗਲਾ ਸਵਾਲ ਇਹ ਆ ਕਿ ਸਿੱਧੂ ਦੇ ਬਣਨ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸੁੰਨ ਪਸਰੀ ਹੋਈ ਆ। ਅਕਾਲੀ ਦਲ ਕਿਉਂਕਿ ਸਿੱਧੂ ਦਾ ਮਨ ਭਾਉਂਦਾ ਟਾਸਕ ਤੇ ਟਾਰਗੇਟ ਆ ਤੇ ਉਹਨਾਂ ਦਾ ਸਾਰਾ ਉੱਥੇ ਹੀ ਫੋਕਸ ਰਹਿੰਦਾ, ਖਾਸ ਤੌਰ ਤੇ ਮਾਝੇ ਦੀ ਸਿਆਸਤ ਵਿੱਚ। ਜਿਸ ਤਰ੍ਹਾਂ ਬਿਕਰਮ ਮਜੀਠੀਆ ਦੀ ਸਾਂਗ ਲਾ ਕੇ ਸਿੱਧੂ ਦੱਸਦੇ ਹੁੰਦੇ ਆ, ਤਾਂ ਬਿਕਰਮ ਨੇ ਨਾ ਤਾਂ ਉਹਦਾ ਵਿਰੋਧ ਕੀਤਾ ਪ੍ਰਧਾਨ ਬਣਨ ਦਾ, ਨਾ ਕੋਈ ਵਿਅੰਗ ਕੱਸਿਆ, ਨਾ ਸਵਾਗਤ ਕੀਤਾ, ਨਾ ਗੈਰ ਰਸਮੀ ਵਧਾਈ ਦਿੱਤੀ। ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਦੋਸ਼ ਲੱਗਦੇ ਰਹੇ ਆ ਕਿ ਮਾਝੇ ਦੇ ਵਿੱਚ ਕੁਝ ਮੰਤਰੀ ਤੇ ਬਿਕਰਮ ਮਜੀਠੀਏ ਬੜੇ ਵਧੀਆ ਰਿਸ਼ਤੇ 'ਚ ਰਹੇ ਆ। ਹੁਣ ਉਹ ਮੰਤਰੀ ਸਿੱਧੂ ਦੇ ਨਾਲ ਆ, ਕਿ ਇਹ ਵੀ ਹੋਊਗਾ ਕਿ ਠੰਡ ਢੰਡੌਲਾ ਹੋ ਜੇ, ਲੜਾਈ ਤਿੱਖੀ ਨਾ ਕਰੀਏ, ਤੇ ਜੇ ਤਿੱਖੀ ਨਾਲ ਲੜਾਈ ਕੀਤੀ ਤਾਂ ਕਾਂਗਰਸ ਦੀ ਜਿੱਤ ਕੋਈ ਬਹੁਤੀ ਸਿੱਧੀ ਲੱਗਦੀ ਨਹੀਂ। ਸੋ ਨਵਜੋਤ ਸਿੰਘ ਸਿੱਧੂ ਲਈ ਚੂਜ਼ ਕਰਨਾ ਔਖਾ ਹੋਊਗਾ, ਸਾਂਝਾਂ ਪਗਾਈਆਂ ਜਾਣ ਕੁਲੀਗਸ ਦੀਆਂ, ਜਾਂ ਫਿਰ ਸਿੱਧਾ ਨਿਸ਼ਾਨੇ ਤੇ ਅੱਗੇ ਵਧਿਆ ਜਾਏ। ਤੁਸੀਂ ਗੱਲ ਕੀਤੀ ਆ ਬਿਕਰਮ ਸਿੰਘ ਮਜੀਠੀਆ ਦੇ ਚੁੱਪ ਰਹਿਣ ਦੀ। ਦੇਖੋ, ਏਦਾਂ ਹੁੰਦਾ ਰੰਧਾਵਾ ਜੀ, ਕਈ ਵਾਰੀ ਕਿਸੇ ਸਿਆਸਤਦਾਨ ਨੂੰ, ਖਾਸ ਤੌਰ ਤੇ ਜੇ ਉਹ ਵਿਰੋਧੀ ਧਿਰ ਦਾ ਹੋਵੇ, ਤੇ ਉਹਨੂੰ ਉਨੀ ਕੀ ਅਹਿਮੀਅਤ ਦਿਓ ਜਿੰਨੀ ਕਿ ਉਹਦੀ ਬਣਦੀ ਆ। ਜੇ ਸਾਰੇ ਬਿਆਨ ਉਹਦੇ ਤੇ ਦਾਗਣੇ ਸ਼ੁਰੂ ਹੋ ਜਾਣ ਤੇ ਉਹਦੀ ਅਹਿਮੀਅਤ ਬਹੁਤ ਵੱਧ ਜਾਂਦੀ ਆ। ਅੱਜ ਤੁਸੀਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਮੈਂ ਇੰਟਰਵਿਊ ਦੇਖ ਰਿਹਾ ਸੀਗਾ, ਉਹ ਇੰਟਰਵਿਊ ਇੱਕ ਪੰਜਾਬੀ ਦੇ ਬੜੇ ਉੱਘੇ ਅਖਬਾਰ ਨੇ ਉਹ ਛਾਇਆ ਕੀਤਾ। ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਦੇਖੋ, ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਨਵਜੋਤ ਸਿੰਘ ਸਿੱਧੂ ਬੜੇ ਮਤਲਬ ਪ੍ਰਸਤ ਵਿਅਕਤੀ ਨੇ, ਸਿਆਸਤਦਾਨ ਨੇ, ਤੇ ਇਸ ਤਰ੍ਹਾਂ ਦੇ ਵਿਅਕਤੀ ਉਹ ਕਹਿੰਦੇ ਜੀ ਮੁੱਖ ਮੰਤਰੀ ਬਣ ਜਾਣਗੇ ਤੇ ਤੁਹਾਨੂੰ ਕੋਈ ਖਤਰਾ ਤਾਂ ਨਹੀਂ ਇਹਨਾਂ ਤੋਂ। ਉਹ ਕਹਿੰਦੇ ਜੀ ਚਾਹੇ ਮੁੱਖ ਮੰਤਰੀ ਬਣ ਜਾਣ ਜਾਂ ਪ੍ਰਧਾਨ ਮੰਤਰੀ ਦਾ ਚਿਹਰਾ ਇਹਨਾਂ ਨੂੰ ਬਣਾ ਦਿਓ, ਇਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕਰਨਾ। ਸੋ ਬਿਆਨ ਇੱਕ ਪ੍ਰਧਾਨ ਵੱਲੋਂ ਆਉਣਾ, ਜਾਂ ਉਹਨਾਂ ਦੀ ਚਾਹੇ ਮਕਬੂਲੀਅਤ ਹੋਵੇ ਜਾਂ ਨਹੀਂ ਹੋਵੇ, ਉਹਨਾਂ ਦੀ ਨਜ਼ਰਾਂ 'ਚ ਉਹਨੂੰ ਰਿਜੈਕਟ ਕਰਨਾ, ਇਹ ਇੱਕ ਸਟ੍ਰੈਟਜੀ ਦਾ, ਇੱਕ ਰਣਨੀਤੀ ਦਾ ਹਿੱਸਾ ਹੁੰਦਾ। ਬਿਕਰਮ ਸਿੰਘ ਮਜੀਠੀਆ ਦਾ ਉਹਨਾਂ ਨੂੰ ਉਸ ਤਰ੍ਹਾਂ ਦੀ ਇੰਪੋਰਟੈਂਸ ਨਾ ਦੇਣਾ, ਜਾਂ ਉਹਨਾਂ ਦੀ ਤਰਜੀਹ ਨਾ ਦੇਣਾ, ਪਹਿਲ ਨਾ ਦੇਣਾ, ਜਾਂ ਇਸ ਤਰ੍ਹਾਂ ਦਾ ਉਹਨਾਂ ਨੂੰ ਮਹੱਤਵਪੂਰਨ ਬਣਾਉਣਾ ਹੀ ਨਹੀਂ ਬਿਆਨ ਦੇ ਕੇ, ਹੋ ਸਕਦਾ ਰਣਨੀਤੀ ਦਾ ਹਿੱਸਾ ਹੋਵੇ। ਲੇਕਿਨ ਗੱਲ ਅਸਲ 'ਚ ਆ ਜਾਂਦੀ ਆ ਕਿ ਜਦੋਂ ਰਾਜਨੀਤੀ ਸ਼ੁਰੂ ਹੋਣੀ ਆ, ਜਦੋਂ ਕੱਲ ਨਵਜੋਤ ਸਿੰਘ ਸਿੱਧੂ ਨੇ ਹਮਲੇ ਕਰਨੇ ਆ, ਤੇ ਫਿਰ ਜਵਾਬ ਤਾਂ ਦੇਣਾ ਪਊਗਾ, ਤੇ ਫਿਰ ਸਿੱਧੀਆਂ ਗੱਲਾਂ ਕਰਨੀਆਂ ਪੈਣੀਆਂ। ਜੀ, ਇਸ ਤੋਂ ਅਗਲਾ ਸਵਾਲ ਆ ਕਿ ਜਿਹੜੀ ਹੁਣ ਸਥਿਤੀ ਆ, ਇਹਦੇ ਵਿੱਚ ਅਫਸਰਸ਼ਾਹੀ ਦਾ ਕੀ ਰੁਖ ਹੋਊਗਾ ਜੇ ਕੈਪਟਨ ਅਮਰਿੰਦਰ ਸਿੰਘ ਮਨਮਨੌਤੀ ਤੋਂ ਬਾਅਦ ਮੁੱਖ ਮੰਤਰੀ ਵਜੋਂ ਅੱਗੇ ਵਧਦੇ ਆ, ਤਾਂ ਕੀ ਪ੍ਰਸ਼ਾਸਨਿਕ ਹਲਕਿਆਂ 'ਚ ਉਹਨਾਂ ਦੀ ਪਕੜ ਪਹਿਲਾਂ ਜਿੰਨੀ ਮਜ਼ਬੂਤ ਹੋਊਗੀ? ਹਾਲਾਂਕਿ ਉਹਨਾਂ ਤੇ ਇਲਜ਼ਾਮ ਉਹਨਾਂ ਦੇ ਆਪਣੇ ਹੀ ਲਾਉਂਦੇ ਰਹੇ ਆ ਕਿ ਇੱਥੇ ਅਫਸਰਸ਼ਾਹੀ ਦੀ ਸਰਕਾਰ ਆ, ਇੱਥੇ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ, ਕੈਪਟਨ ਸਾਹਿਬ ਨਿਰਭਰ ਅਫਸਰਾਂ ਤੇ ਹੀ ਨੇ। ਸੋ ਐਮਐਲਏਸ ਦਾ ਜੋਸ਼ ਸਿੱਧੂ ਨਾਲ ਵਿਖਾਉਣਾ ਕੈਪਟਨ ਅਮਰਿੰਦਰ ਸਿੰਘ ਦੀ ਫੀਲਡ ਵਿੱਚ ਗੈਰ ਹਾਜ਼ਰੀ ਦਾ ਸੂਚਕ ਵੀ ਰਿਹਾ। ਤੇ ਜੇ ਹੁਣ ਉਹ ਅੱਗੇ ਵਧਦੇ ਆ ਬਤੌਰ ਮੁੱਖ ਮੰਤਰੀ, ਇੱਕ ਪਾਸੇ ਸਿੱਧੂ ਦਾ ਪਰਫਾਰਮ ਕਰਨ ਦਾ ਦਬਾਅ ਹੋਊਗਾ ਕਿ ਮੈਂ ਕਾਂਗਰਸ ਦਾ ਚਿਹਰਾ ਹਾਂ ਤੇ ਤੁਸੀਂ ਮੇਰੀ ਸਰਕਾਰ ਆ ਕਰੇ,
ਤੇ ਇਹਦੇ ਨਾਲ ਜੇਕਰ ਦੋਵਾਂ 'ਚ ਟਕਰਾਅ ਰਹਿੰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਜੇਕਰ ਕੋਈ ਪਰਫਾਰਮ ਕਰਕੇ ਆਪਣੀ ਇਮੇਜ ਵੀ ਸੁਧਾਰਨਾ ਚਾਹਣਗੇ ਤਾਂ ਕੀ ਅਫਸਰਸ਼ਾਹੀ ਉਹਨਾਂ ਦੇ ਪੂਰੀ ਤਰ੍ਹਾਂ ਆਖੇ ਲੱਗੂਗੀ? ਬਿਲਕੁਲ ਲੱਗੇਗੀ ਜੀ। ਕਾਰਨ ਇਹ ਆ, ਜਿੰਨਾ ਕੈਪਟਨ ਅਮਰਿੰਦਰ ਸਿੰਘ ਪਰਫਾਰਮ ਕਰਕੇ ਦਿਖਾਉਣਾ ਚਾਹੁੰਦੇ ਆ, ਚਾਹੇ ਉਹ ਹਾਈ ਕਮਾਂਡ ਨੂੰ ਦਿਖਾਉਣਾ ਚਾਹੁੰਦੇ ਆ, ਚਾਹੇ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਮੇਰੇ ਵਿੱਚ ਅੱਜ ਵੀ ਉਸੇ ਤਰ੍ਹਾਂ ਦੇ ਇੱਕ ਲੀਡਰ ਬਰਕਰਾਰ ਆ, ਮੈਂ ਉਨਾ ਹੀ ਵਧੀਆ ਐਡਮਿਨਿਸਟ੍ਰੇਟਰ ਆ, ਪ੍ਰਸ਼ਾਸਕ ਆ, ਤੇ ਇਸ ਕਰਕੇ ਮੇਰੇ ਤੇ ਕੋਈ ਕਿੰਤੂ ਪਰੰਤੂ ਨਾ ਕਰੋ ਕਿ ਮੈਂ ਇਹ ਕੰਮ ਨਹੀਂ ਕੀਤਾ। ਦੂਸਰੀ ਗੱਲ ਰੰਧਾਵਾ ਜੀ ਇਹ ਆ ਕਿ ਜਿਹੜੀ ਅਫਸਰਸ਼ਾਹੀ ਆ ਉਹ ਬਿਲਕੁਲ ਵੀ ਕਿਸੇ ਪਾਸੇ ਨਹੀਂ ਜਾਊਗੀ, ਕਿਉਂਕਿ ਉਹਨਾਂ ਨੇ ਜਿਹੜੇ ਹੁਕਮ ਆ ਉਹ ਮੁੱਖ ਮੰਤਰੀ ਤੋਂ ਲੈਣੇ ਆ, ਸਾਰੀਆਂ ਐਗਜ਼ੈਕਟਿਵ ਪਾਵਰਸ ਉਹਨਾਂ ਕੋਲੇ ਆ। ਉਹਨਾਂ ਦਾ ਕਿਸੇ ਹੋਰ ਪਾਸੇ ਜਾਣਾ ਇਹ ਮਤਲਬ ਹੁੰਦਾ ਨਹੀਂ। ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਹੋਵੇ, ਸੋਚ ਦੇ ਵਿੱਚ ਕੋਈ ਬਦਲਾਅ ਹੋਵੇ, ਇਹ ਤਾਂ ਹੋ ਸਕਦਾ, ਲੇਕਿਨ ਜਿਹੜੀ ਕਲਮ ਆ, ਕਲਮ ਉਹਨਾਂ ਨੂੰ ਚਲਾਉਣੀ ਪੈਣੀ ਆ, ਫਾਈਲਾਂ ਉਹਨਾਂ ਨੂੰ ਅੱਗੇ ਮੂਵ ਕਰਨੀਆਂ ਪੈਣੀਆਂ। ਜੇ ਮੁੱਖ ਮੰਤਰੀ ਜਾਂ ਕਿਸੇ ਵੀ ਮੰਤਰੀ ਵੱਲੋਂ ਜਾਂ ਉਹਨਾਂ ਦੇ ਸੀਨੀਅਰ ਅਫਸਰਾਂ ਵੱਲੋਂ ਕਿਸੇ ਤਰ੍ਹਾਂ ਦਾ ਆਦੇਸ਼ ਆਊਗਾ ਤੇ ਉਹ ਉਸ ਨੂੰ ਮੋੜ ਨਹੀਂ ਸਕਦੇ। ਔਰ ਦੂਸਰੀ ਗੱਲ ਆ ਬਿਊਰੋਕ੍ਰੇਸੀ, ਜਿਹਨੂੰ ਆਪਾਂ ਕਹਿੰਦੇ ਆ ਅਫਸਰਸ਼ਾਹੀ, ਨੌਕਰਸ਼ਾਹੀ। ਮੰਨ ਲਓ ਜੇ ਤੁਹਾਡੀ ਗੱਲ ਮੈਂ ਮੰਨ ਵੀ ਲਵਾਂ ਕਿ ਬਿਲਕੁਲ ਉਹਦੀ ਹੀ ਚੱਲਦੀ ਸੀ ਤੇ ਉਹੀ ਸਾਰੇ ਪੰਜਾਬ ਨੂੰ ਚਲਾ ਰਹੀ ਸੀ, ਸਰਕਾਰ ਨੂੰ ਚਲਾ ਰਹੇ ਸੀ, ਤਾਂ ਉਹ ਤਾਂ ਫਿਰ ਚਾਹੂਗੀ ਕਿ ਅਸੀਂ ਦੁਬਾਰਾ ਆਈਏ, ਤੇ ਫਿਰ ਉਹ ਚਾਹੂਗੀ ਕਿ ਕੈਪਟਨ ਅਮਰਿੰਦਰ ਸਿੰਘ ਪਰਫਾਰਮ ਕਰਕੇ ਦਿਖਾਉਣ ਤੇ ਸ਼ਾਇਦ ਸਾਡਾ ਮੌਕਾ ਸਾਨੂੰ ਨਹੀਂ। ਪਰ ਮੇਰਾ ਮਨਪ੍ਰੀਤ ਜੀ ਸਵਾਲ ਇਹ ਸੀਗਾ ਕਿ ਅਤੀਤ ਵਿੱਚ 5-6 ਮਹੀਨੇ ਰਹਿੰਦਿਆਂ ਅਫਸਰਸ਼ਾਹੀ ਰੁੱਖ ਭਾਂਪੜ ਲੱਗ ਜਾਂਦੀ ਹੁੰਦੀ ਹਵਾ ਦਾ ਕਿ ਅਗਲੀ ਸਰਕਾਰ ਕਿਹਦੀ ਆਉਣ ਵਾਲੀ ਆ, ਤੇ ਕੁਦਰਤੀ ਤੌਰ ਤੇ ਉਹ ਜਮਾ ਜੋੜ ਕਰਕੇ ਆਪਣੇ ਰਿਸ਼ਤੇ ਗੰਢਣ 'ਚ ਮਸ਼ਰੂਫ ਹੋ ਜਾਂਦੀ। ਹੁਣ ਸਵਾਲ ਤਾਂ ਇਹ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਤਰ੍ਹਾਂ ਨਾਲ ਨਿਹੱਥਾ ਕਰਤਾ ਗਿਆ, ਕਾਂਗਰਸ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਕਿਸੇ ਹੋਰ ਨਜ਼ਰ ਤੋਂ ਆ ਰਿਹਾ, ਉਸ ਵੇਲੇ ਜੇ ਕੈਪਟਨ ਅਗਲੇ 6 ਮਹੀਨੇ ਲਈ ਸਰਵਾਈਵ ਕਰਦੇ ਆ ਤਾਂ ਅਫਸਰਸ਼ਾਹੀ ਇੱਕ ਹੁੰਦੀ ਕਲਮ ਤੋਂ ਲਿਖਿਆ ਆਰਡਰ, ਇੱਕ ਹੁੰਦਾ ਅੱਖ ਦਾ ਇਸ਼ਾਰਾ। ਅੱਖ ਦਾ ਇਸ਼ਾਰਾ ਉਹਨਾਂ ਪ੍ਰਭਾਵੀ ਹੋਊਗਾ ਕਿ ਨਹੀਂ? ਮੇਰਾ ਸਵਾਲ ਇਹ ਸੀ, ਕਿਉਂਕਿ ਆਖਰ ਸਾਰੇ ਫੈਸਲੇ ਕੋਈ ਵੀ ਵਿਅਕਤੀ ਵਿਸ਼ੇਸ਼ ਜੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਹਾਜ਼ਰੀ ਦਰਜ ਕਰਾਉਣਾ ਚਾਹੁੰਦਾ ਤੇ ਉਹ ਆਪਣੇ ਤੰਤਰ ਤੋਂ ਬਾਹਰ ਕੁਝ ਨਹੀਂ। ਵਿਅਕਤੀ ਵਿਸ਼ੇਸ਼ ਆਪਣੇ ਨਿੱਜ ਤੇ ਉਹ ਕਲਮ ਨਾਲ ਕੋਈ ਕਿਤਾਬ ਤਾਂ ਲਿਖ ਸਕਦਾ, ਭਾਸ਼ਣ ਦੇ ਸਕਦਾ, ਪਰ ਜਦੋਂ ਉਹਨੇ ਪੂਰੀ ਪ੍ਰਸ਼ਾਸਨਿਕ ਵਿਵਸਥਾ ਦੇ ਵਿੱਚ ਆਪਣੇ ਆਪ ਨੂੰ ਬੌਸ ਸਾਬਤ ਕਰਨਾ ਹੈ ਤਾਂ ਉਹਨੂੰ ਸਾਰਾ ਢਾਂਚਾ ਜਿਹੜਾ ਵਾ ਉਹ ਆਪਣੇ ਅਨੁਸਾਰ ਚੱਲਦਾ ਦਿਸਣਾ ਚਾਹੀਦਾ। ਉਹ ਢਾਂਚਾ ਦੋ ਧੜਿਆਂ 'ਚ ਵੰਡ ਹੋ ਜੂ ਕਿ ਇੱਕ ਆਰਡਰ ਉਹ ਪਟਿਆਲੇ ਦੇ ਦੂਜੀ ਬਾਰਾਂਦਰੀ ਤੋਂ ਤੇ ਇੱਕ ਦੂਜੀ ਬਾਰਾਂਦਰੀ ਤੋਂ, ਇਦਾਂ ਤਾਂ ਨਹੀਂ ਹੋਊਗਾ? ਤੁਹਾਨੂੰ ਕੀ ਲੱਗਦਾ? ਦੇਖੋ, ਬਿਲਕੁਲ ਤੁਸੀਂ ਸਹੀ ਗੱਲ ਕਹੀ ਆ। ਆਮ ਤੌਰ ਤੇ ਜਦੋਂ ਵੀ ਸਰਕਾਰਾਂ ਦੇ ਆਖਰੀ ਦਿਨ ਹੁੰਦੇ ਨੇ ਤੇ ਅਫਸਰਸ਼ਾਹੀ ਇੱਕ ਬੜਾ ਵਧੀਆ, ਉਹਨੂੰ ਕਿ ਬੈਰੋਮੀਟਰ ਮੰਨਿਆ ਜਾਂਦਾ, ਥਰਮੋਮੀਟਰ ਮੰਨਿਆ ਜਾਂਦਾ, ਉਹਨੂੰ ਇੱਕ ਪੈਮਾਨਾ ਮੰਨਿਆ ਜਾਂਦਾ ਕਿ ਜਦੋਂ ਉਹ ਵਿਰੋਧੀ ਧਿਰ ਦੇ ਘਰਾਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੰਦੇ ਨੇ, ਤੇ ਪਤਾ ਲੱਗਦਾ ਕਿ ਸ਼ਾਇਦ ਫਿਜ਼ਾ ਦੇ ਵਿੱਚ, ਹਵਾ ਦੇ ਵਿੱਚ ਕੋਈ ਚੇਂਜ ਆਉਣ ਵਾਲੀ ਆ, ਕੋਈ ਬਦਲਾਅ ਆਉਣ ਵਾਲਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਲੇਕਿਨ ਗੱਲ ਇੱਕ ਪਾਸੇ ਤੁਹਾਡੀ ਗੱਲ ਠੀਕ ਹੈ ਕਿ ਪ੍ਰਸ਼ਾਸਨਿਕ ਜਿਹੜੇ ਕੰਮ ਉਹਨਾਂ ਨੂੰ ਤਾਂ ਕਰਨੇ ਪੈਂਦੇ ਆ, ਦੂਸਰੇ ਪਾਸੇ ਉਹ ਕਈ ਵਾਰੀ ਜਿਹੜੇ ਵਿਰੋਧੀ ਧਿਰ ਦੇ ਜਿਨ੍ਹਾਂ ਦੀ ਸੰਭਾਵਨਾ ਹੁੰਦੀ ਆ ਕਿ ਸ਼ਾਇਦ ਇਹ ਆਉਣਗੇ, ਉਹਨਾਂ ਦੇ ਵੀ ਕੰਮ ਰੰਧਾਵਾ ਜੀ ਹੋਣ ਲੱਗ ਜਾਂਦੇ ਨੇ। ਉਹਨਾਂ ਦੇ ਟੈਲੀਫੋਨ ਸੁਣੇ ਜਾਣ ਲੱਗ ਪੈਂਦੇ ਨੇ, ਉਹਨਾਂ ਨੂੰ ਜੇ ਬੁਲਾਵੇ ਆਉਂਦੇ ਤੇ ਉਹਨਾਂ ਦੇ ਘਰਾਂ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਹੋ ਜਾਂਦੀਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਜਿਹੜੇ ਇੰਡੀਕੇਸ਼ਨਸ ਨੇ, ਉਹ ਸੰਕੇਤ ਨੇ, ਉਹ ਆਉਣੇ ਸ਼ੁਰੂ ਜ਼ਰੂਰ ਹੋ ਜਾਂਦੇ ਨੇ। ਜੇ ਲੇਕਿਨ ਜਿਹੜਾ ਮੁੱਖ ਮੰਤਰੀ ਆਪਣੇ ਕੰਮ ਕਰਵਾਉਣਾ ਚਾਹਵੇ, ਉਹ ਕੰਮ ਵੀ ਕਰਵਾ ਸਕਦਾ। ਅਫਸਰਸ਼ਾਹੀ ਨੇ ਦੇਖਣਾ ਕਿ ਹੁਣ ਮੈਂ ਕਿਹਦਾ ਭਰੋਸਾ ਜਿੱਤਣਾ, ਹੁਣ ਮੈਂ ਕਿਹਦੇ ਨੇੜੇ ਹੋਣਾ, ਤੇ ਜਿਹੜੀਆਂ ਜਿਹਨਾਂ ਨੂੰ ਅਸੀਂ ਅੰਗਰੇਜ਼ੀ 'ਚ ਪ੍ਰਾਈਜ਼ ਪੋਸਟਿੰਗਸ ਕਹਿ ਦਿੰਦੇ ਨੇ, ਮਲਾਈ ਵਾਲੇ ਮਹਿਕਮੇ ਕਹਿ ਦਿੰਦੇ ਨੇ, ਉਹ ਕਿਸ ਤਰ੍ਹਾਂ ਲੈਣੇ, ਇਹ ਕਵਾਇਤਾਂ ਉਹਨਾਂ ਵੱਲੋਂ ਵੀ ਸ਼ੁਰੂ ਹੋ ਜਾਂਦੀਆਂ। ਸੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਹ ਦੋਨੇ ਚੀਜ਼ਾਂ ਨਾਲ ਦੀ ਨਾਲ, ਜਿਵੇਂ ਆਪਾਂ ਸਾਈਮਲਟੇਨੀਅਸਲੀ ਕਹਿ ਲਈਏ ਜਾਂ ਪੈਰਲਲੀ ਕਹਿ ਲਈਏ, ਇਹ ਇਕੱਠੀਆਂ ਹੀ ਚੱਲਦੀਆਂ ਨੇ। ਕੰਮ ਵੀ ਇਧਰ ਸਰਕਾਰ ਦੇ ਹੁੰਦੇ ਰਹਿੰਦੇ ਆ ਤੇ ਨਾਲ ਉਹ ਆਪਣੇ ਰਿਸ਼ਤੇ ਵੀ ਜੋੜਦੇ ਰਹਿੰਦੇ ਆ ਜੀ। ਇਸ ਮਰਹਲੇ ਦਾ ਆਖਰੀ ਸਵਾਲ ਆ ਕਿ ਕੱਲ ਦਾ ਸ਼ਕਤੀ ਪ੍ਰਦਰਸ਼ਨ ਤੁਸੀਂ ਦੇਖਿਆ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਆ ਸਿੱਧੂ, ਲੇਕਿਨ 4 ਮੰਤਰੀ ਨੇ, ਵਜ਼ਾਰਤ ਵਿੱਚੋਂ 4 ਮੰਤਰੀ ਨਾਲ ਨੇ, ਤੇ ਐਮਐਲਏਸ ਦੀ ਗਿਣਤੀ ਵੱਧਦੀ ਘਟਦੀ ਦੱਸੀ ਗਈ ਆ, ਜਿਹੜੀ 40 ਤੋਂ 50 ਦੱਸੀ ਹੈ ਸੁਨੀਲ ਜਾਖੜ ਨੇ, ਲੇਕਿਨ 62 ਨਵਜੋਤ ਸਿੰਘ ਸਿੱਧੂ ਦੇ ਘਰ ਤੋਂ ਅਣਅਧਿਕਾਰਤ ਤੌਰ ਤੇ ਰਿਲੀਜ਼ ਹੋਇਆ ਅੰਕੜਾ ਸੀਗਾ। ਹੁਣ ਜਿਹੜੇ ਹਾਲਾਤ ਆ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਜਿਹੜੀ ਕੱਲ ਦਾ ਸ਼ਕਤੀ ਪ੍ਰਦਰਸ਼ਨ, ਇਹਦੀ ਭੂਮਿਕਾ ਸਿੱਧੂ ਦੇ, ਕਿਉਂਕਿ ਅੱਜ ਉਹਨਾਂ ਨੇ ਮੇਰੇ ਖਿਆਲ ਰਾਜ ਭਵਨ ਵੱਲੋਂ ਮਾਰਚ ਕਰਨਾ ਹੈ ਤੇ ਕੱਲ ਸ਼ਕਤੀ ਪ੍ਰਦਰਸ਼ਨ ਕਾਂਗਰਸ ਭਵਨ 'ਚ ਹੋਣਾ ਹੈ, ਇਹਨੂੰ ਜ਼ਰਾ ਸੰਖੇਪ ਵਿੱਚ ਦੱਸ ਦਿਓ।
ਗੱਲ ਤਾਂ ਇੰਨੀ ਕਿ ਅੱਜ ਇੱਕ ਬੀਜੇਪੀ ਦੇ ਨੇਤਾ ਨੇ ਬੜੀ ਵਧੀਆ ਟਿੱਪਣੀ ਕੀਤੀ ਹੈ, ਕਹਿੰਦੇ ਮੈਚ ਸ਼ੁਰੂ ਹੋ ਗਿਆ, ਇੱਕ ਪਾਸੇ 62 ਆ ਤੇ ਇੱਕ ਪਾਸੇ 15, ਤੇ ਹੁਣ ਦੇਖਦੇ ਆ ਕਿ ਸਕੋਰ ਕਿਹਦਾ ਵੱਧਦਾ ਤੇ ਕਿਹਦਾ ਘਟਦਾ, ਤੇ ਲੋਕੀ ਚੁਸਕੀਆਂ ਲੈਣਗੇ, ਦਿਲਚਸਪੀਆਂ ਲੈਣਗੇ। ਇਹ ਚਾਹੇ 62 ਹੋਣ, 40 ਹੋਣ, 45 ਹੋਣ, ਗੱਲ ਤਾਂ ਰੰਧਾਵਾ ਜੀ ਇੰਨੀ ਆ ਕਿ ਕੀ ਕਾਂਗਰਸ ਇਕੱਠੀ ਹੋ ਕੇ ਚੱਲੂਗੀ? ਜਿਹੜੀ ਇੰਨੀ ਕਵਾਇਦ ਲੱਗੀ ਸੀ 200 ਦੇ ਕਰੀਬ, ਪਹਿਲਾਂ ਤਾਂ ਮੰਤਰੀਆਂ ਨੂੰ, ਸੰਤਰੀਆਂ ਨੂੰ, ਐਮਐਲਏ ਨੂੰ, ਸਾਬਕਾ ਵਿਧਾਇਕਾਂ ਨੂੰ, ਸਾਰਿਆਂ ਨੂੰ ਮਿਲ ਕੇ ਇੰਨੀ ਵੱਡੀ ਐਕਸਰਸਾਈਜ਼ ਕੀਤੀ ਗਈ, ਇੰਨੀ ਵੱਡੀ ਤੁਸੀਂ ਦੇਖੋ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਉਹ ਕਿਸੇ ਨਾ ਕਿਸੇ ਦਾ ਤਾਂ ਹੱਲ ਨਿਕਲੂਗਾ। ਆਪਸ ਦੇ ਵਿੱਚ ਰਲ ਕੇ ਬੈਠਣਗੇ, ਰਲ ਕੇ ਚੋਣਾਂ ਲੜਨਗੇ, ਤਾਂ ਕਿ ਸਨ 2022 ਦੇ ਵਿੱਚ ਫੇਰ ਇਹ ਵਾਪਸ ਆ ਸਕਣ। ਗੱਲ ਤਾਂ ਕੇਵਲ ਇੰਨੀ ਕਾ, ਬਾਕੀ ਜਿੰਨੇ ਮਰਜ਼ੀ ਆંકੜੇ ਦੱਸੀ ਜਾਣ ਕਿ ਸਾਡਾ ਉਹ ਆ ਗਿਆ। ਦੂਸਰੀ ਗੱਲ ਇਹ ਜਿਹੜੀ ਤੁਸੀਂ ਪੁੱਛੀ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ, ਉਹ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਗੱਲ ਹੋਊਗਾ ਕਿ ਮੇਰੇ ਕੋਲ ਵੀ ਆંકੜਾ ਵੱਧ ਹੋਵੇ ਜਾਂ ਮੇਰੇ ਹੱਕ ਦੇ ਵਿੱਚ ਵੀ ਚਿੱਠੀਆਂ ਲਿਖਣ। ਮੰਤਰੀ 4 ਹੋਣ, ਮੰਤਰੀ ਵੱਧ ਹੋਣ, ਜਿੱਦਣ ਕੈਬਨਿਟ ਮੀਟਿੰਗ ਬੁਲਾਉਣਗੇ ਕੈਪਟਨ ਅਮਰਿੰਦਰ ਸਿੰਘ, ਉਦਣ ਇਹ ਫਰਜ਼ ਬਣਦਾ ਸਾਰੇ ਕੈਬਨਿਟ ਮੰਤਰੀਆਂ ਦਾ ਉਹਦੇ ਵਿੱਚ ਹਾਜ਼ਰੀ ਭਰਨੀ, ਤੇ ਉਹਦੇ ਵਿੱਚ ਉਹ ਮੌਜੂਦ ਹੋਣਾ ਉਹਨਾਂ ਨੂੰ ਚਾਹੀਦਾ ਵੀ ਆ। ਨਹੀਂ ਲੋਕਤੰਤਰ ਵੀ ਇਹ ਕਹਿੰਦੇ ਜੀ। ਨਹੀਂ ਮਨਪ੍ਰੀਤ ਜੀ, ਹੋਣ ਨਾ ਹੋਣ, ਦੇਖੋ ਨਾ ਤੁਹਾਨੂੰ ਫਰਕ ਪੈਂਦਾ ਨਾ ਮੈਨੂੰ ਪੈਂਦਾ। ਕਿਹੜੇ ਸਾਡੇ ਇਹਨਾਂ ਨੇ ਰੱਸੇ ਪੈੜੇ ਵੱਟ ਤੇ ਆ ਕੇ ਕਿਹੜੀਆਂ ਸਾਡੀਆਂ ਧਾਰਾਂ ਕੱਢ ਗਏ ਨੇ, ਗੱਲ ਹੋਈ ਨਹੀਂ ਗੀ। ਉਹ ਜਾਣ ਨਾ ਜਾਣ, ਜੇ ਜਾਣ ਤੇ ਕੋਈ ਕੰਮ ਕਰਨ, ਅਦਰਵਾਈਜ਼ ਨਾ ਜਾਣ। ਲੇਕਿਨ ਇੱਕ ਹੋਰ ਬੜੀ ਦਿਲਚਸਪ ਟਿੱਪਣੀ ਸੀਗੀ ਮਨਪ੍ਰੀਤ ਜੀ, ਉਹ ਕਹਿੰਦੇ ਸੁਖਪਾਲ ਸਿੰਘ ਖਹਿਰਾ ਨਹੀਂ ਗਿਆ, ਉਹਦੇ ਨਾਲ ਦੇ 2 ਚਲੇ ਗਏ। ਹੁਣ ਉਹ ਸੁਖਪਾਲ ਸਿੰਘ ਖਹਿਰਾ ਨਾਲ ਨੇ ਜਾਂ ਸੁਖਪਾਲ ਸਿੰਘ ਖਹਿਰਾ ਉਹਨਾਂ ਨਾਲ ਨੇ। ਕਹਿੰਦੇ ਪ੍ਰਤਾਪ ਸਿੰਘ ਬਾਜਵਾ ਨਹੀਂ ਗਏ, ਉਹਨਾਂ ਦਾ ਸਭ ਤੋਂ ਨੇ ਜਿਹੜਾ ਟਿਕਟ ਦਿਵਾਉਣ ਤੱਕ ਵਾਲਾ ਬੰਦਾ ਭੋਆ ਦਾ, ਸ਼ਾਇਦ ਜੋਗਿੰਦਰਪਾਲ ਕਹਿੰਦੇ ਉਹਨਾਂ ਨੂੰ, ਉਹ ਵਿਧਾਇਕ ਗਏ। ਇਸੇ ਤਰੀਕੇ ਨਾਲ ਇੱਕ ਹੋਰ ਕੋਈ ਇਹ ਦੇ ਰਹੇ ਸੀਗੇ ਕਿ ਜਿਹੜੇ ਬਲਵਿੰਦਰ ਲਾਡੀ ਹਰਗੋਬਿੰਦਪੁਰ ਤੋਂ ਗਏ, ਲੇਕਿਨ ਉਹਨਾਂ ਦਾ ਬੌਸ ਜਿਹੜਾ ਬਾਜਵਾ ਦਾ ਭਰਾ ਫਤਿਹ ਜੰਗ ਬਾਜਵਾ, ਉਹ ਨਹੀਂ ਗਏ। ਸੋ ਕਈ ਇਸ ਤਰ੍ਹਾਂ ਦੇ ਅੰਕੜੇ ਆਏ ਕਿ ਦੋਨੇ ਪੱਖ ਰੱਖ ਲਓ। ਰਾਜਕੁਮਾਰ ਵੇਰਕਾ ਸਭ ਤੋਂ ਮੂਹਰੇ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਹ ਸਭ ਤੋਂ ਮੂਹਰੇ ਸੀਗੇ। ਲੜਾਈ ਦਿਲਚਸਪ ਹੋਣ ਵਾਲੀ ਆ, ਲੇਕਿਨ ਜੇ ਇਸ ਲੜਾਈ ਚੋਂ ਪੰਜਾਬ ਲਈ ਕੁਝ ਨਿਕਲੇ, ਗੱਲ ਤਾਂ ਬਣਦੀ ਆ। ਇਹ ਸਾਰੇ ਦੇ ਸਾਰੇ ਸਿਆਸਤ ਕਰਨ ਵਾਲੇ ਆ। ਸੁਖਜਿੰਦਰ ਸਿੰਘ ਰੰਧਾਵਾ ਦਾ ਸਿਰਫ ਮੈਂ ਜ਼ਿਕਰ ਇਸ ਕਰਕੇ ਕਰਨਾ ਚਾਹੂੰਗਾ ਕਿ ਉਹ ਵਿਅਕਤੀ ਸਿਰਫ ਬੇਅਦਬੀਆਂ ਦੇ ਮੁੱਦੇ ਤੇ ਖੜਾ ਹੈ ਕਿ ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਆ, ਮੈਂ ਇਸੇ ਕਰਕੇ ਬਾਹਰ ਆ। ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਉੱਥੇ ਵਰਤਿਆ ਅੱਗੇ ਭੇਜ ਕੇ, ਲੇਕਿਨ ਸਾਡੀ ਚੱਲੀ ਨਹੀਂ। ਮੇਰੇ ਤੇ ਗੁਰੂ ਦਾ, ਮੇਰੇ ਤੇ ਸੰਗਤ ਦਾ ਬੋਝ ਆ, ਮੈਂ ਬੋਝ ਲੈ ਕੇ ਨਹੀਂ ਤੁਰ ਸਕਦਾ। ਬਾਕੀ ਅਦਰਵਾਈਜ਼ ਜਿੰਨੇ ਮੁੱਦੇ ਨੇ, ਉਹ ਮੁੱਦੇ ਜਿਹੜੀ ਵੀ ਧਿਰ ਆਵੇ ਉਹਨੂੰ ਐਡਰੈਸ ਕਰਨਾ ਹੀ ਪੈਣੇ ਆ। ਅੱਗੇ ਤੁਰਦੇ ਆ ਛੱਡ ਦਿੰਨੇ ਆ ਕੁਝ ਪਲ ਲਈ, ਲੋਕ ਵੀ ਕਹਿੰਦੇ ਛੱਡ ਦੋ, ਹੁਣ ਕਾਹਤੋਂ ਰਿੜਕੀ ਜਾਂਦੇ ਹੋ, ਸਵਾਦ ਵੀ ਲਈ ਜਾਂਦੇ, ਕਹਿੰਦੇ ਛੱਡ ਵੀ ਦਿਓ। ਨਾ ਸਾਨੂੰ ਛੱਡਣ ਦਿੰਦੇ ਆ ਤੇ ਨਾ ਸਾਨੂੰ ਚੱਜ ਨਾਲ ਫੜਨ ਦਿੰਦੇ ਆ। ਪਰ ਇਹ 50 ਲੱਖ ਮੌਤਾਂ ਦਾ ਅੰਕੜਾ ਮੱਥੇ ਦੀ ਸ਼ਿਕਨ ਬਣਿਆ, ਅੰਦਰ ਇੱਕ ਝੁੰਡਚਣੀ ਛੇੜਦਾ ਹੈ ਜਿਨ੍ਹਾਂ ਦੇ ਮਰ ਗਏ। 50 ਲੱਖ ਬੰਦੇ ਦਾ ਮਰ ਜਾਣਾ ਬੜੀ ਵੱਡੀ ਤਰਾਸਦੀ। ਕੀ ਇਹ ਸੱਚ ਹੈ? ਇਹ ਅੰਕੜਾ ਕਿਉਂ ਛਾਇਆ ਹੋ ਗਿਆ? ਇਹ ਕਿਹਨੇ ਦਿੱਤਾ? ਸੱਚੀ ਇਹ ਅੰਕੜੇ ਭਾਰਤ ਦੇ ਸਮੁੱਚੇ ਖਿੱਤਿਆਂ ਦੇ ਵਿੱਚ ਇੰਨੀਆਂ ਮੌਤਾਂ ਦੇ ਸੂਚਕ ਨੇ? ਰੰਧਾਵਾ ਜੀ, ਪਹਿਲਾਂ ਇਸ ਅੰਕੜੇ ਤੇ ਆਪਾਂ ਜਾਣਨਾ ਤੇ ਥੋੜੀ ਦਿਨ ਪਹਿਲਾਂ, ਯਾਨੀ ਕਿ ਲਗਭਗ ਮਹੀਨਾ 1.5 ਮਹੀਨਾ ਪਹਿਲਾਂ ਇੱਕ ਰਿਪੋਰਟ ਆਈ ਸੀ ਵਾਸ਼ਿੰਗਟਨ ਪੋਸਟ। ਦਾ ਵਾਸ਼ਿੰਗਟਨ ਪੋਸਟ ਤੁਹਾਨੂੰ ਪਤਾ ਬੜਾ ਪ੍ਰੋਮੀਨੈਂਟ ਅਖਬਾਰ ਆ, ਬੜਾ ਮੰਨਿਆ ਪਰਮੰਨਿਆ ਅਮਰੀਕਾ ਦਾ। ਉਹਨੇ ਇੱਕ ਪ੍ਰੋਜੈਕਸ਼ਨ ਇਸ ਤਰ੍ਹਾਂ ਦੀ ਬਲਕਿ ਦਿੱਤੀ ਸੀ, ਤੇ ਉਹਨੇ ਵੀ ਲਗਭਗ ਇਹੋ ਜਿਹਾ ਹੀ ਅੰਕੜਾ ਦਿੱਤਾ ਸੀ ਕਿ 45 ਤੋਂ 50 ਲੱਖ ਦੇ ਕਰੀਬ ਭਾਰਤ ਦੇ ਵਿੱਚ ਜਿਹੜੀ ਦੂਜੀ ਲਹਿਰ ਆਉਂਦੀ ਹੈ, ਸੈਕੰਡ ਵੇਵ, ਜਿਸ ਨੂੰ COVID-19 ਵਾਇਰਸ ਦੀ ਕਹਿੰਦੇ ਆ, ਉਸ ਦੌਰਾਨ ਮਾਰਿਆ ਗਿਆ। ਤੇ ਉਸ ਦਾ ਬੜਾ ਭਾਰਤ ਦੇ ਵਿੱਚ ਵੀ ਕ੍ਰਿਟਿਸਿਜ਼ਮ ਸਰਕਾਰ ਨੇ ਤਾਂ ਕੀਤਾ ਹੀ ਆ, ਤੇ ਇੱਥੋਂ ਦੀਆਂ ਅਖਬਾਰਾਂ ਨੇ ਵੀ ਉਹ ਬੜਾ ਮੁੱਦਾ ਚੱਕਿਆ ਸੀ, ਕਿਉਂਕਿ ਉਹਨਾਂ ਨੇ ਕਈ ਤਰ੍ਹਾਂ ਦੇ ਐਕਸਪਰਟਸ ਹਾਇਰ ਕਰਕੇ, ਉਹਨਾਂ ਤੋਂ ਯੂਨੀਵਰਸਿਟੀਆਂ ਦੇ ਨਾਲ ਆਪਣੀ ਜਿਹੜੀ ਸਾਂਝ ਪੈਦਾ ਕਰਕੇ ਤੇ ਇਕੱਠੇ ਇੱਕ ਪ੍ਰੋਜੈਕਸ਼ਨ ਕੀਤੀ ਸੀ ਕਿ ਜੇ ਇੰਨੇ ਕੇਸ ਹੋਣ ਤਾਂ ਕਿੰਨਾ ਅੰਕੜਾ ਹੋ ਸਕਦਾ। ਇੱਕ ਪ੍ਰੋਜੈਕਸ਼ਨ ਆ, ਇੱਕ ਸਿਰਫ ਸੰਭਾਵਨਾ। ਹੁਣ ਆਜੋ ਇਸ ਤੇ ਜਿਹੜੀ ਗੱਲ ਕਹੀ ਜਾ ਰਹੀ ਹੈ, ਇਹ ਬੇਸਿਕਲੀ ਕੌਣ ਨੇ? ਅਰਵਿੰਦ ਸੁਬਰਾਮਨੀਅਮ ਸਾਬਕਾ ਐਡਵਾਈਜ਼ਰ ਰਹੇ ਨੇ, ਇਕਨੋਮਿਕ ਐਡਵਾਈਜ਼ਰ ਭਾਰਤ ਸਰਕਾਰ ਦੇ। ਇਹ ਹੋਏ ਇੱਕ US ਦਾ ਗਲੋਬਲ, ਜਿਹਨੂੰ ਥਿੰਕ ਟੈਂਕ ਕਹਿ ਦਿੰਦੇ ਨੇ, ਉਹਨੂੰ ਕਹਿ ਦਿੰਦੇ ਨੇ ਸੈਂਟਰ ਗਲੋਬਲ ਡਿਵੈਲਪਮੈਂਟ, ਇਸ ਤਰ੍ਹਾਂ ਦਾ ਥਿੰਕ ਟੈਂਕ ਦਾ ਉਹਦਾ ਨਾਮ ਆ। ਉਹਨਾਂ ਦੇ ਹੈਗੇ ਨੇ ਜਸਟਿਨ ਸੈਫਟਰ। ਅੱਛਾ, ਤੀਸਰੇ ਵਿਅਕਤੀ ਇਹਦੇ ਵਿੱਚ ਸ਼ਾਮਲ ਨੇ ਅਭਿਸ਼ੇਕ ਆਨੰਦ, ਉਹ ਹਾਰਵਰਡ ਯੂਨੀਵਰਸਿਟੀ ਦੇ ਨੇ। ਇਹਨਾਂ ਨੇ ਤਿੰਨਾਂ ਨੇ ਰਲ ਕੇ ਇਹ ਪ੍ਰੋਜੈਕਸ਼ਨ, ਇਹ ਰਿਪੋਰਟ ਤਿਆਰ ਕੀਤੀ ਆ, ਜਿਹੜੀ ਬੀਤੇ ਮੰਗਲਵਾਰ ਨੂੰ ਆਈ ਆ। ਇਹਨਾਂ ਦਾ ਕਹਿਣਾ ਕਿ ਭਾਰਤ ਦੇ ਵਿੱਚ ਜੋ ਕਿਹਾ ਜਾ ਰਿਹਾ ਕਿ 4,18,000 ਦੇ ਕਰੀਬ ਮੌਤਾਂ ਹੋਈਆਂ ਨੇ COVID-19 ਵਾਇਰਸ ਦੇ ਨਾਲ,
ਪਹਿਲੀ ਤੇ ਦੂਸਰੀ ਵੇਵ ਦੋਨਾਂ ਚ ਮਿਲਾ ਕੇ ਹਜੇ ਤੱਕ ਜਦੋਂ ਤੋਂ COVID-19 ਵਾਇਰਸ ਸ਼ੁਰੂ ਹੋਇਆ, ਇਹ ਆંકੜਾ ਕਿਤੇ ਨਾ ਕਿਤੇ ਉਹਨਾਂ ਨੇ ਝੂਠਾ ਕੀਤਾ। ਉਹ ਕਹਿੰਦਾ ਨਹੀਂ, ਆંકੜਾ ਕਿਤੇ ਵੱਡਾ 34 ਲੱਖ ਤੋਂ ਲੈ ਕੇ ਉਹ ਕਹਿੰਦੇ 49 ਲੱਖ ਤੱਕ ਮੌਤਾਂ ਹੋ ਸਕਦੀਆਂ ਨੇ। ਅੱਜ ਦਾ ਹੀ ਤੁਸੀਂ ਥੋੜਾ ਜਿਹਾ ਮੈਂ ਇਹਦੇ ਵਿੱਚ ਹੋਰ ਵੀ ਜੋੜ ਦਿੰਦਾ। ਤੁਸੀਂ ਦੇਖੋ, ਜੇ ਪਿਛਲੇ ਬੀਤੇ 24 ਘੰਟਿਆਂ ਦੇ ਦੌਰਾਨ ਦੇਖੋ ਤੇ ਭਾਰਤ ਦੇ ਵਿੱਚ ਲਗਭਗ 42,000 ਤੋਂ ਥੋੜੇ ਜਿਹੇ ਵੱਧ ਕੇਸ ਆਏ ਨੇ, ਤੇ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਲਗਭਗ 3,998 ਆ। ਇਹ ਕੱਲ ਤੱਕ ਲਗਭਗ 3,500 ਦੇ ਕਰੀਬ ਸੀ। ਮਹਾਰਾਸ਼ਟਰ ਨੇ ਆਪਣੇ ਜਿਹੜੇ ਆંકੜੇ ਆ ਉਹ ਉਹਨਾਂ ਨੂੰ ਰਿਵਾਈਜ਼ ਕੀਤਾ, ਉਹਨਾਂ ਨੂੰ ਫਿਰ ਦੁਹਰਾਇਆ, ਉਹਨਾਂ ਦੀ ਦੁਬਾਰਾ ਛਾਨਬੀਨ ਕੀਤੀ ਤੇ ਫਿਰ ਇਹ ਆંકੜਾ ਵੱਧ ਗਿਆ। ਇਸੇ ਤਰ੍ਹਾਂ ਇੱਕ ਵਾਰੀ ਬਿਹਾਰ ਨੇ ਵੀ ਆંકੜਾ, ਜਦੋਂ ਉਹਨਾਂ ਦਾ ਪਟਨਾ ਹਾਈ ਕੋਰਟ ਦੇ ਵਿੱਚ ਕੇਸ ਗਿਆ ਸੀ ਤੇ ਜਦੋਂ ਪਟਨਾ ਹਾਈ ਕੋਰਟ ਨੇ ਉਹਨਾਂ ਨੂੰ ਡਾਂਟ ਮਾਰੀ ਸੀ ਤੇ ਉਹਨਾਂ ਦੇ ਲਗਾਮ ਖਿੱਚੀ ਸੀ ਤੇ ਫਿਰ ਉਹਨਾਂ ਨੇ ਵੀ ਆંકੜਾ ਇੰਪਰੂਵ ਕੀਤਾ ਸੀ। ਇਹ ਪ੍ਰੋਜੈਕਸ਼ਨ ਆ, ਇਹ ਕੋਈ ਇਹ ਨਹੀਂ ਆ। ਉਹਨਾਂ ਨੇ ਕਿਹਾ ਕਿ ਹੋ ਸਕਦੀਆਂ ਨੇ, ਲੇਕਿਨ ਇਹ ਨਹੀਂ ਹੈ ਕਿ ਹੋਈਆਂ ਨੇ, ਪੋਸੀਬਿਲਿਟੀ ਹੈ। ਜੀ ਜੀ ਜੀ। ਇੱਕ ਕਿਸੇ ਦੇ ਦੇਸ਼ ਦਾ ਸਦਰ, ਕਿਸੇ ਦਾ ਪ੍ਰਧਾਨ ਮੰਤਰੀ, ਕਿਸੇ ਦਾ ਮੈਂਬਰ ਪਾਰਲੀਮੈਂਟ, ਕਿਸੇ ਦਾ ਅਹਿਮ ਵਿਅਕਤੀ, ਕਿਸੇ ਦਾ ਪੱਤਰਕਾਰ, ਇਹ ਸਾਰੇ ਹੀ ਫੋਨ ਟੇਪਿੰਗ 'ਚ ਆ। ਹੁਣ ਅੰਦਰਲੇ ਡਰ ਪਤਾ ਨਹੀਂ ਕੀ ਆ। ਚਲੋ ਖੈਰ, ਕਿਸੇ ਸਿਆਸੀ ਬੰਦੇ ਦੇ ਖਿਲਾਫ ਟਿੱਪਣੀ ਕੀਤੀ, ਸਾਜ਼ਿਸ਼ ਕੀਤੀ, ਕੀ ਹੋਇਆ ਉਹ ਤਾਂ ਹੋਣਗੇ ਹੀ। ਕਹਿੰਦੇ ਨਿੱਜੀ ਗੱਲਾਂ ਬਾਤਾਂ ਤੋਂ ਬੜੇ ਡਰੇ ਪਏ ਵੀ ਕਿਹਦੀਆਂ ਕਿੰਨੀਆਂ ਸਹੇਲੀਆਂ, ਇਹ ਵੀ ਮਸਲੇ ਹੈਗੇ। ਰੰਧਾਵਾ ਜੀ ਦੇਖੋ, ਵਾਕਿਆ ਤੁਹਾਡੀ ਗੱਲ ਠੀਕ ਆ। ਦੁਨੀਆ ਦੇ 10 ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ, 3 ਰਾਸ਼ਟਰਪਤੀ, ਤਮਾਮ ਜਿਹੜੇ ਹੈਗੇ ਨੇ ਕੋਈ ਫੌਜੀ ਅਫਸਰ ਨੇ, ਜਿਹੜੇ ਚੀਫ ਨੇ ਆਪਣੀ ਆਪਣੀ ਫੌਜ ਦੇ, ਕੋਈ ਆਰਮੀ ਦਾ, ਕੋਈ ਨੇਵੀ ਦਾ, ਕੋਈ 에ਅਰ ਫੋਰਸ ਦਾ, ਡਿਪਲੋਮੈਟਸ ਜਿਹੜੇ ਜਾ ਕੇ ਦੁਨੀਆ ਦੇ ਆਪਸ ਦੇ ਦੇਸ਼ਾਂ ਦੇ ਵਿੱਚ ਸੰਬੰਧ ਵਧੀਆ ਪੈਦਾ ਕਰਦੇ ਨੇ, ਬੜਾ ਅਹਿਮ ਅਹੁਦਾ ਹੁੰਦਾ। ਇਹ ਸਾਰੇ ਜਰਨਲਿਸਟ ਤਾਂ ਹੈ ਹੀ ਆ, ਪੱਤਰਕਾਰ ਵੀ ਸ਼ਾਮਲ ਨੇ, ਜਿਹੜੀ ਆਪਾਂ ਕੱਲ ਗੱਲ ਕੀਤੀ ਸੀ। ਇਹ ਤਮਾਮ ਲੋਕ ਇਹ ਚਾਹੁੰਦੇ ਨੇ। ਲਗਭਗ 50,000 ਦੇ ਕਰੀਬ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਇਹ ਫੋਨ ਟੈਪਿੰਗ ਜਾਂ ਹੈਕਿੰਗ ਹੋਈ ਆ ਫੋਨਸ ਦੀ, ਤਾਂ ਕਿ ਉਹਨਾਂ ਤੋਂ ਸੂਚਨਾਵਾਂ ਮਿਲਣ, ਉਹਨਾਂ ਦੀ ਜਸੂਸੀ ਹੋਵੇ। ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪੈਗਾਸਸ ਸਪਾਈਵੇਅਰ ਦੀ, ਇਜ਼ਰਾਈਲ ਨੇ ਜਿਹੜਾ ਇਹ ਵੇਚਿਆ, ਉੱਥੋਂ ਦੀ ਕੰਪਨੀ ਹੈ ਇੱਕ NSO ਗਰੁੱਪ ਆ, ਉਹਨੇ ਇਹ ਜਦੋਂ ਜਿਹੜਾ ਸੌਫਟਵੇਅਰ ਵੇਚਿਆ, ਔਰ ਰੰਧਾਵਾ ਜੀ ਚ ਮੈਂ ਸਾਫ਼ ਥੋੜਾ ਜਿਹਾ ਕਰਦਾ, ਸਿਰਫ ਉਹਨਾਂ ਨੇ ਸਰਕਾਰਾਂ ਨੂੰ ਵੇਚਿਆ, ਸਰਕਾਰਾਂ ਨੇ ਹੀ ਖਰੀਦਿਆ। ਇਹ ਨਹੀਂ ਵੀ ਕੋਈ ਵੀ ਪ੍ਰਾਈਵੇਟ ਕੰਪਨੀ ਖਰੀਦ ਕੇ ਤੇ ਆਪਣਾ ਉਹ ਸ਼ੁਰੂ ਕਰਦੇ ਕੰਮ ਜਸੂਸੀ ਕਰਨੀ। ਉਹਨਾਂ ਨੇ ਸਿਰਫ ਸਰਕਾਰਾਂ ਨੂੰ ਵੇਚਿਆ ਤੇ ਸਰਕਾਰਾਂ ਹੁਣ ਕਟਹਿਰੇ 'ਚ ਖੜੀਆਂ। ਅੱਜ ਦੇਖੋ ਤੁਸੀਂ, ਮਮਤਾ ਬੈਨਰਜੀ ਨੇ ਇਸ ਤੇ ਬੜਾ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਸ਼ਰਦ ਪਵਾਰ, ਪੀ ਚਿਦੰਬਰਮ ਜਿਹੜੇ ਕਾਂਗਰਸ ਦੇ ਨੇ, ਇਹਨਾਂ ਨੂੰ ਅੱਗੇ ਆ ਕੇ ਸਾਨੂੰ ਇੱਕ ਹੁਣ ਮੋਰਚਾ ਬਣਾਉਣਾ ਚਾਹੀਦਾ ਤੇ ਸਾਨੂੰ ਹਮਲਾ ਕਰਨਾ ਚਾਹੀਦਾ, ਕਿਉਂਕਿ ਜੇ ਇਹ ਕੰਮ ਰਿਹਾ ਤਾਂ ਫਿਰ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਹੈ, ਜਮਹੂਰੀਅਤ ਕਿੱਥੇ ਜਾਊਗੀ। ਕਿਉਂਕਿ ਅਭਿਸ਼ੇਕ ਬੈਨਰਜੀ ਜਿਹੜੇ ਇਹਨਾਂ ਦੇ ਭਤੀਜੇ ਆ, ਉਹਨਾਂ ਦਾ ਵੀ ਨਾਂ ਵਿੱਚ ਆਉਂਦਾ। ਉਹ ਕਹਿੰਦੇ ਸਾਡੀ ਜਸੂਸੀ ਕਰਕੇ ਤੁਸੀਂ ਸੰਨ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣਾ ਸਕਦੀ, ਕੰਮ ਕਰੋ ਚੰਗੇ ਤਾਂ ਹੀ ਤੁਸੀਂ ਸਰਕਾਰ ਬਣਾਓਗੇ। ਇਹਦੇ ਵਿੱਚ 2 ਡਿਵੈਲਪਮੈਂਟਸ ਹੋਰ ਨੇ, ਜੇ ਮੈਂ ਉਹ ਵੀ ਤੁਹਾਨੂੰ ਜਲਦੀ ਦੱਸਦਾ। ਇੰਡੀਆ ਦਾ ਇੱਕ ਹੈਗਾ ਐਡੀਟਰਸ ਗਿਲਡ ਆਫ ਇੰਡੀਆ, ਜਿਹੜੇ ਬੇਸਿਕਲੀ ਪੂਰੇ ਪੱਤਰਕਾਰਾਂ ਦੇਖਦਾ, ਉਹਨਾਂ ਨੇ ਵੀ ਚਿੱਠੀ ਲਿਖੀ ਆ ਔਰ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਦੇ ਵਿੱਚ ਦਖਲ ਦੇ ਕੇ ਇਹਦੀ ਤਹਿਕੀਕਾਤ ਕਰਵਾਉਣੀ ਚਾਹੀਦੀ ਹੈ, ਇਹਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੀ ਇੱਕ ਪਾਰਲੀਮੈਂਟ ਕਮੇਟੀ ਬਣੀ ਹੋਈ ਆ ਇਨਫੋਰਮੇਸ਼ਨ ਟੈਕਨੋਲੋਜੀ ਦੀ, ਜਿਹਨੂੰ ਹੈਡ ਕਰਦੇ ਨੇ ਸ਼ਸ਼ੀ ਥਰੂਰ, ਕਾਂਗਰਸ ਦੇ MP ਨੇ, ਉਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਤਹਿਕੀਕਾਤ ਕਰਨ ਜਾਂ ਉਹਨਾਂ ਅਫਸਰਾਂ ਨੂੰ ਜਾਂ ਬਿਊਰੋਕਰੇਟਸ ਨੂੰ ਬੁਲਾਉਣ ਜਿਨ੍ਹਾਂ ਦੀ ਇਹਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਸੋ ਕਈ ਤਰ੍ਹਾਂ ਦੀਆਂ ਇਸ ਦੇ ਵਿੱਚ ਡਿਵੈਲਪਮੈਂਟਸ ਨੇ ਜੀ। ਅੱਛਾ, ਇੱਕ ਜਿਹੜਾ ਜੰਤਰ ਮੰਤਰ ਤੇ ਪੁਲਿਸ ਦਾ ਪੱਖ ਆ ਰਿਹਾ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ, ਕਿ ਕਿਸਾਨਾਂ ਨੂੰ ਜੰਤਰ ਮੰਤਰ ਤੇ ਆਪਣੀ ਸੰਸਦ ਲਾਉਣ ਦੀ ਹਾਮੀ ਭਰੀ ਗਈ ਆ, ਇਹ ਕਿੰਨਾ ਕੁ ਅਸਰ ਛੱਡੂ? ਕਿਉਂਕਿ ਪਾਰਲੀਮੈਂਟ ਦੇ ਬਾਹਰ ਤਾਂ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਹੈ ਨਹੀਂ, ਉੱਥੇ ਤਾਂ ਅੰਦੋਲਨ ਹੀ ਕੀਤਾ ਜਾ ਸਕਦਾ ਜਾਂ ਧੱਕੇ ਨਾਲ, ਉਹ ਫਿਰ ਪਾਣੀ ਪੂਣੀ ਦੀਆਂ ਵਾਸ਼ਣਾ ਹੀ ਨੇ ਜਾਂ ਲਾਠੀਆਂ ਨੇ। ਇਹ ਕੋਈ ਅਸਰ ਛੱਡੂ ਮੁਹਿੰਮ? ਦੇਖੋ ਰੰਧਾਵਾ ਜੀ, ਸਰਕਾਰ ਇਸ ਟਾਈਮ ਕੇਂਦਰ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ। ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ, ਕਿਉਂਕਿ ਇਸ ਟਾਈਮ ਜੋ ਖੇਤੀਬਾੜੀ ਕਾਨੂੰਨ ਕਿਸੇ ਤਰ੍ਹਾਂ ਰੱਦ ਵੀ ਕਰ ਦਿੰਦੇ ਨੇ ਕਿਸੇ ਦਬਾਅ 'ਚ ਆ ਕੇ, ਜਾਂ ਸੋਚ ਇਹ ਕਰਕੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਚੋਣਾਂ ਲੜਨੀਆਂ, ਸੰਨ 2022 ਦੀਆਂ ਚੋਣਾਂ ਖੜੀਆਂ, ਉਸ ਤੋਂ ਬਾਅਦ 24 ਦੀਆਂ ਚੋਣਾਂ ਖੜੀਆਂ, ਤੇ ਇਸ ਕਰਕੇ ਰੱਦ ਕਰਦੇ ਨੇ ਖੇਤੀ ਕਾਨੂੰਨ, ਤੇ ਉਹਨਾਂ ਨੂੰ ਉਹ ਲਾਭ ਜਿਹੜਾ ਕਿ ਸਿਆਸੀ ਲਾਭ ਚਾਹੁੰਦੀਆਂ ਹੁੰਦੀਆਂ ਇਹ ਪਾਰਟੀਆਂ, ਉਹ ਮਿਲਣ ਵਾਲਾ ਨਹੀਂ, ਕਿਉਂਕਿ ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਆ। ਹੁਣ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਉਹਨਾਂ ਨੇ ਸੰਸਦ ਮਾਰਚ ਦੀ ਗੱਲ ਕੀਤੀ ਹੈ ਕਿਸਾਨਾਂ ਨੇ, ਉਹਨਾਂ ਨੂੰ ਇੱਕ ਤਰ੍ਹਾਂ ਦਾ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੀ ਹੈ ਕਿ ਅਸੀਂ ਤਾਂ ਵਿਰੋਧ ਦੇ ਖਿਲਾਫ ਨਹੀਂ ਆ। ਦਿੱਲੀ ਪੁਲਿਸ ਨੇ ਉਹਨਾਂ ਨੂੰ 9 ਅਗਸਤ ਤੱਕ ਦੀ ਇਜਾਜ਼ਤ ਦਿੱਤੀ ਆ ਕਿ ਤੁਸੀਂ ਥੋੜੇ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ 30-40 ਬੰਦੇ ਆਓ, ਪਰ ਕਿਸਾਨਾਂ ਨੇ ਕਿਹਾ ਨਹੀਂ, ਅਸੀਂ 200 ਬੰਦੇ ਆਵਾਂਗੇ,
ਜਿਹੜੇ 5-5 ਬੰਦੇ ਆਪਣੀਆਂ ਵੱਖਰੀਆਂ ਜਥੇਬੰਦੀਆਂ ਤੋਂ ਭੇਜਣੇ ਸੀ, ਹੁਣ ਉਹਨਾਂ ਨੇ 3-3 ਕਰਤੇ, ਕਿਉਂਕਿ ਇਹਦੇ ਵਿੱਚ 42 ਜਥੇਬੰਦੀਆਂ ਤਾਂ ਉਹ ਜਿਹੜੀ ਗੱਲਬਾਤ ਕਰਦੀਆਂ ਨੇ। ਉਸ ਤੋਂ ਜੀ ਬਾਅਦ 500 ਤੋਂ ਵੀ ਵੱਧ ਕਿੰਨੀਆਂ ਯੂਨੀਅਨਸ ਨੇ, ਬਹੁਤ ਸਾਰੀਆਂ ਨੇ, ਤਾਂ ਸਾਰੇ ਚਾਹੁੰਦੇ ਆ ਸਾਡੀ ਸ਼ਮੂਲੀਅਤ ਹੋਵੇ। ਉਹਨਾਂ ਦੇ ਸ਼ਨਾਖਤੀ ਕਾਰਡ ਜ਼ਰੂਰੀ ਆ, ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋ ਜਾਏ ਜਿਹੜੀ 26 ਜਨਵਰੀ ਨੂੰ ਹੋ ਜਾਏ। ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਫੜੇ ਜਾਂਦੇ ਹੋ, ਗ੍ਰਿਫਤਾਰੀਆਂ ਦਿੰਦੇ ਹੋ, ਤੇ ਘੱਟੋ ਘੱਟ ਤੁਹਾਨੂੰ 6 ਮਹੀਨੇ ਜੇਲ੍ਹ ਵੀ ਹੋ ਸਕਦੀ ਆ, ਇਸ ਲਈ ਵੀ ਤੁਸੀਂ ਤਿਆਰ ਰਹੋ। 13 ਅਗਸਤ ਤੱਕ ਪਾਰਲੀਮੈਂਟ ਦਾ ਸੈਸ਼ਨ ਚੱਲਣਾ, ਮੌਨਸੂਨ ਸੈਸ਼ਨ। ਇਜਾਜ਼ਤ ਜਿਹੜੀ ਦਿੱਲੀ ਪੁਲਿਸ ਨੇ ਆ ਉਹ 9 ਅਗਸਤ ਤੱਕ ਦੀ ਦਿੱਤੀ ਆ, ਉਹ ਇਸ ਕਰਕੇ ਕਿਉਂਕਿ 15 ਅਗਸਤ ਦੀਆਂ ਤਿਆਰੀਆਂ ਵੀ ਅੱਗੇ ਸ਼ੁਰੂ ਕਰਨੀਆਂ ਜਿਹੜੀਆਂ ਹੁੰਦੀਆਂ। ਸੋ ਆਹ ਸਾਰਾ ਚੀਜ਼ ਆ, ਲੇਕਿਨ ਹਜੇ ਤੱਕ ਰਿਟਨ ਜਿਹੜੀ ਆ ਪਰਮਿਸ਼ਨ ਉਹ ਦਿੱਲੀ ਪੁਲਿਸ ਵੱਲੋਂ ਨਹੀਂ ਆਈ, ਜਿਸ ਦਾ ਕਿਸਾਨਾਂ ਨੂੰ ਇੰਤਜ਼ਾਰ ਆ। ਮਨਪ੍ਰੀਤ ਜੀ, ਜਦੋਂ ਛੋਟੇ ਸਾਂ ਨਾ ਤੇ ਸਰਕਾਰੀ ਸਕੂਲ ਚ ਪੜ੍ਹਦੇ ਆ, ਕਹਿੰਦੇ ਹੁੰਦੇ ਸੀ ਰੇਨੀ ਡੇ ਇਜ਼ ਅ ਹੌਲੀਡੇ। ਸੋ ਹੌਲੀਡੇ ਜਿਹੜੀ ਆ, ਮੈਨੂੰ ਲੱਗਦਾ ਉੱਥੇ ਵੀ ਹੁਣ ਲਗਾਤਾਰ ਕਦੇ ਸੰਸਦ ਰੁਕਣੀ ਆ, ਕਦੇ ਚੱਲਣੀ ਆ, ਇੱਕ ਤਰ੍ਹਾਂ ਨਾਲ ਛੁੱਟੀ ਦਾ ਮਾਹੌਲ ਹੀ ਰਹਿਣਾ, ਚੀਕ ਝਿਆੜਾ ਪੈਂਦਾ ਰਹਿਣਾ। ਮੁੱਦੇ ਸਰਕਾਰਾਂ ਸੁਣਦੀਆਂ ਨਹੀਂ, ਜਿਹੜੇ ਵਾਰਾ ਖਾਂਦੇ ਉਹੀ ਸੁਣਦੀਆਂ ਨੇ। ਲੇਕਿਨ ਪੰਜਾਬ ਦੀ ਸਰਗਰਮੀ ਦੇਸ਼ ਦੀ ਰਾਜਨੀਤੀ ਤੇ ਕੋਈ ਵੱਡਾ ਅਸਰ ਨਹੀਂ ਪਾ ਰਹੀ। ਪੰਜਾਬ ਵੱਲ ਜੋ ਵੀ ਵਾਪਰ ਰਿਹਾ, ਦੇਸ਼ ਦੀ ਰਾਜਧਾਨੀ ਤੇ ਉਹਦੀਆਂ ਵੱਡੀਆਂ ਅਖਬਾਰਾਂ 'ਚ ਬਹੁਤ ਛੋਟੀ ਸੁਰਖੀ ਬਣ ਕੇ ਰਹਿ ਜਾਂਦਾ। ਅਸੀਂ ਵੱਡੇ ਕਦੋਂ ਹੋਵਾਂਗੇ, ਅਸੀਂ ਕਦੋਂ, ਕਿਉਂਕਿ ਜਦੋਂ ਕਿਤੇ ਅਕਾਲੀ ਦਲ ਪਹਿਲਿਆਂ ਦੌਰਾਂ 'ਚ ਚੱਲਦਾ ਸੀ, ਫੈਡਰਲ ਢਾਂਚੇ ਦੀ ਗੱਲ, ਮੋਰਚਿਆਂ ਦੀ ਗੱਲ, ਦੇਸ਼ ਦੀ ਰਾਜਨੀਤੀ 'ਚ ਕੇਂਦਰੀ ਹਾਕਮਾਂ ਨੂੰ ਵਕਤ ਪਏ ਹੁੰਦੇ ਸੀ ਕਿ ਸਿੱਖਾਂ ਨੇ, ਪੰਜਾਬ ਨੇ ਇੱਧਰਲੇ ਪਾਸਿਓਂ ਅੰਦੋਲਨ ਛੇੜਤਾ। ਹੁਣ ਬੀਤੇ ਦੀਆਂ ਗੱਲਾਂ ਰਹਿ ਗਈਆਂ। ਕੁਰਸੀ ਦਾ ਇੱਕ ਪਾਵਾ ਕਿਸੇ ਕੋਲ, ਦੂਜਾ ਕਿਸੇ ਨੇ ਫੜਿਆ। ਕੁਰਸੀ ਵਿਚਾਰੀ ਚੂਲਾਂ ਉਹਦੀਆਂ ਹਲਾਤੀਆਂ ਨੇ ਤੇ ਨਾਲ ਹੀ ਪੰਜਾਬ ਦੀਆਂ ਚੂਲਾਂ ਹਿੱਲ ਗਈਆਂ। ਮਨਪ੍ਰੀਤ ਜੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।